ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਹਾਜ਼ਰ ਹੋਏ ਹਾਂ। ਬਹੁਤ ਖਾਸ ਮਸਲੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨੀ ਆ। ਵੱਡੇ ਸਵਾਲ ਇਹਨਾਂ ਮਸਲਿਆਂ ਤੋਂ ਬਾਅਦ ਖੜੇ ਹੋਏ ਨੇ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਘਟਨਾ ਸਿੰਘੂ ਬਾਰਡਰ ਦੇ ਉੱਤੇ ਵਾਪਰੀ, ਉਸ ਘਟਨਾ ਤੋਂ ਬਾਅਦ ਕਿਸਾਨੀ ਅੰਦੋਲਨ ਨੂੰ ਕਿੱਦਾਂ ਨਵਾਂ ਵੱਖਰਾ ਰੂਪ ਮਿਲਦਾ ਜਾ ਰਿਹਾ, ਉਸ ਦੇ ਉੱਤੇ ਚਰਚਾ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਾਰਲੀਮੈਂਟ ਸੈਸ਼ਨ ਬੀਤੇ ਦਿਨੀ ਹੋਇਆ, ਆਰੰਭਤਾ ਹੋਈ ਆ ਪਾਰਲੀਮੈਂਟ ਦੇ ਬਜਟ ਸੈਸ਼ਨ ਦੀ। ਉਸ ਦੇ ਵਿੱਚ ਕੀ ਕੁਝ ਰਿਹਾ, ਕਿਹਨਾਂ ਧਿਰਾਂ ਨੇ ਵਿਰੋਧ ਕੀਤਾ, ਕਿੱਦਾਂ ਦਾ ਵਿਰੋਧ ਰਿਹਾ, ਇਹ ਸਾਰੇ ਇਸੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬਿਆਨ ਜਾਰੀ ਹੋਇਆ ਤੇ ਉਹਨਾਂ ਨੇ ਚੇਤਾਵਨੀ ਕੇਂਦਰ ਸਰਕਾਰ ਨੂੰ ਦਿੱਤੀ ਹੈ। ਕੀ ਕੁਝ ਆ ਉਸ ਤੇ ਵੀ ਚਰਚਾ ਰਹੇਗੀ। ਲਾਲ ਕਿਲੇ ਵਾਲੀ ਘਟਨਾ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਬਿਆਨ ਆਇਆ, ਜੋ ਬਿਆਨ ਕਾਫੀ ਚਰਚਾ ਦੇ ਵਿੱਚ ਹੈ, ਉਸ ਤੇ ਵੀ ਚਰਚਾ ਰਹੇਗੀ। ਅੰਨਾ ਹਜ਼ਾਰੇ ਅੱਜ ਤੋਂ ਫਿਰ ਇੱਕ ਵਾਰ ਅਨਸ਼ਨ ਦੇ ਉੱਤੇ ਬੈਠਣ ਜਾ ਰਹੇ ਨੇ ਕਿਸਾਨਾਂ ਦੇ ਸਮਰਥਨ ਦੇ ਵਿੱਚ, ਉਸ ਤੇ ਵੀ ਗੱਲਬਾਤ ਕਰਾਂਗੇ। ਪਹਿਲਾਂ ਡੱਲਾ ਸਾਹਿਬ ਹੋਣਾ ਦਾ ਸਵਾਗਤ, ਫਿਰ ਚਰਚਾ ਦੇ ਵੱਲ ਵਧਦੇ ਹਾਂ। ਬਹੁਤ ਧੰਨਵਾਦ ਜੀ, ਸਾਰੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਜੋ ਕੁਝ ਸਿੰਘੂ ਬਾਰਡਰ ਦੇ ਉੱਤੇ ਬੀਤੇ ਦਿਨਾਂ ਵਾਪਰਿਆ ਏ, ਪਹਿਲਾਂ ਗਾਜੀਪੁਰ ਬਾਰਡਰ ਚਰਚਾਵਾਂ ਦੇ ਵਿੱਚ ਰਹਿੰਦਾ ਏ, ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਉਂਦੀ ਹੈ ਟਕੈਤ ਹੋਣਾ ਦੀ, ਤੇ ਉਸ ਤੋਂ ਬਾਅਦ ਫਿਰ ਇੱਕ ਵੱਖਰੇ ਰੂਪ ਦੇ ਵਿੱਚ ਆ ਜਾਂਦਾ ਏ ਗਾਜੀਪੁਰ ਬਾਰਡਰ, ਤੇ ਹੁਣ ਜੋ ਸਿੰਘੂ ਬਾਰਡਰ ਦੇ ਉੱਤੇ ਵਾਪਰਿਆ, ਉਸ ਤੋਂ ਬਾਅਦ ਕਿੱਦਾਂ ਦਾ ਵੇਖ ਰਹੇ ਹੋ ਸਾਰੇ ਮਾਹੌਲ ਨੂੰ? ਦੇਖੋ ਗਗਨ, ਤੁਸੀਂ ਦੋਨੇ ਬਾਰਡਰਾਂ ਦੀ ਗੱਲ ਕੀਤੀ ਹੈ, ਸਿੰਘੂ ਬਾਰਡਰ ਦੀ ਗੱਲ ਵੀ ਕੀਤੀ ਹੈ, ਤੁਸੀਂ ਗਾਜੀਪੁਰ ਬਾਰਡਰ ਦੀ ਗੱਲ ਵੀ ਕੀਤੀ ਹੈ। ਸੋ ਟਿਕਰੀ ਬਾਰਡਰ ਵੀ ਹੈਗਾ। ਚਲੋ ਗਾਜੀਪੁਰ ਬਾਰਡਰ ਦੇ ਉੱਤੇ ਤਾਂ ਦੇਖੋ ਟਕੈਤ ਸਾਹਿਬ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਸੀ। ਉਹ ਹੰਝੂ ਅਸਲ 'ਚ ਕਿਸਾਨੀ ਦਾ ਦਰਦ ਸੀ। ਉਹ ਹੰਝੂ ਸਿਆਸੀ ਹੰਝੂ ਨਹੀਂ ਸੀ, ਕਿਉਂਕਿ ਟਕੈਤ ਹੋਣੀ ਪੋਲੀਟੀਕਲ ਲੀਡਰ ਨਹੀਂ, ਉਹ ਇੱਕ ਕਿਸਾਨੀ ਦਾ ਦਰਦ ਸੀ ਔਰ ਕਿਸਾਨਾਂ ਨੇ ਮਹਿਸੂਸ ਵੀ ਕੀਤਾ। ਦੇਖੋ ਕਿੱਡਾ ਉਸ ਤੋਂ ਬਾਅਦ ਉੱਥੇ ਜਨ ਸੈਲਾਬ ਪਹੁੰਚਿਆ, ਕਿਸੇ ਨੇ ਸੋਚਿਆ ਨਹੀਂ ਸੀ। ਮੈਂ ਇਹ ਸਮਝਦਾ, ਮੈਂ ਵੀ ਇਹ ਮਹਿਸੂਸ ਕਰ ਰਿਹਾ ਸੀ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ, ਇਹਨੂੰ ਬਹੁਤ ਵੱਡੀ ਸੱਟ ਲੱਗ ਸਕਦੀ ਹੈ ਜੋ ਕੁਝ 26 ਜਨਵਰੀ ਨੂੰ ਵਾਪਰਿਆ, ਔਰ ਜਿੱਦਾਂ ਦੇ ਇਲਜ਼ਾਮ ਤਰਾਸ਼ੀ ਹੋ ਰਹੀ ਹੈ, ਔਰ ਜਿਵੇਂ ਵਿੱਚ ਸਾਡੇ ਕਈ ਗੋਦੀ ਮੀਡੀਆ ਵਾਲੇ ਨਾ ਪੱਖੀ ਰਿਪੋਰਟਿੰਗ ਕਰ ਰਹੇ ਆ। ਮੈਨੂੰ ਡਰ ਸੀ, ਪਰ ਜਿਹੜਾ ਕਿਸਾਨ ਹੈ ਉਹਨਾਂ ਦਾ ਜਜ਼ਬਾ ਸੱਚਮੁੱਚ ਦੇਖਣ ਵਾਲਾ ਹੈ। ਜਿਹੜੇ ਦੇਸ਼ ਭਗਤ ਕਿਸਾਨ ਨੇ ਸਾਰੇ, ਦੇਖੋ ਗਾਜੀਪੁਰ ਬਾਰਡਰ ਤੇ ਕਿੱਡਾ ਨਵੇਂ ਸਿਰੇ ਤੋਂ ਉੱਥੇ ਕਿਵੇਂ ਐਡੇ ਵੱਡੇ ਇਕੱਠ ਹੋ ਗਏ। ਔਰ ਸਿੰਘੂ ਬਾਰਡਰ ਦੀ ਦੇਖੋ, ਸਿੰਘੂ ਬਾਰਡਰ ਤੇ ਵੀ ਜਿਹੜਾ ਵਿਰੋਧ ਪ੍ਰੋਟੈਸਟ ਹੋਇਆ, ਟਕਰਾਅ ਹੋਇਆ ਆਪਸ 'ਚ, ਔਰ ਕੈਪਟਨ ਅਮਰਿੰਦਰ ਦਾ ਵੀ ਉਹਦੇ ਤੇ ਬਿਆਨ ਆਇਆ। ਹੁਣ ਜਿਹੜਾ ਇਹ ਟਕਰਾਅ ਹੈ, ਹੁਣ ਉੱਥੇ ਦਿੱਲੀ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਦਿੱਲੀ ਪੁਲਿਸ ਅਗਰ ਲਾਲ ਕਿਲੇ ਦੀ ਘਟਨਾ ਦੀ ਜਾਂਚ ਕਰੇਗੀ ਤੇ ਇਹ ਘਟਨਾਵਾਂ ਦੀ ਵੀ ਜਾਂਚ ਕਰੇ। ਇਹ ਵੀ ਘਟਨਾਵਾਂ ਹਿੰਸਾ ਫੈਲਾਉਣ ਦੇ ਇਰਾਦੇ ਨਾਲ ਕੀਤੀਆਂ ਗਈਆਂ ਹੋ ਸਕਦੀਆਂ ਨੇ, ਜਿੱਥੇ ਕੁਝ ਨੌਜਵਾਨ ਆਉਂਦੇ ਨੇ, ਵਿਰੋਧ ਕਰਦੇ ਨੇ, ਪੱਥਰਬਾਜ਼ੀ ਕਰਦੇ ਨੇ, ਆਪਸ 'ਚ ਟਕਰਾਅ ਹੁੰਦਾ, ਫਿਰ ਪੁਲਿਸ ਵਿੱਚ ਧਿਰ ਬਣਦੀ ਹੈ। ਇਹ ਬਹੁਤ ਸ਼ਰਮਨਾਕ ਹੈ। ਦੇਖੋ ਇੱਕ ਗੱਲ ਤਾਂ ਸਾਫ਼ ਹੈ, ਜਿਹੜੇ ਇਹ ਸਾਰੇ ਕਿਸਾਨ ਬੈਠੇ ਨੇ, ਇਹ ਲਾਲ ਕਿਲੇ ਨਹੀਂ ਗਏ। ਇਹ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਹੈ, ਦਿੱਲੀ ਪੁਲਿਸ ਨੂੰ ਵੀ, ਔਰ ਸਾਡੀਆਂ ਸਾਰੀਆਂ ਏਜੰਸੀਆਂ ਨੂੰ ਸਮਝਣਾ ਚਾਹੀਦਾ ਹੈ। ਇਹ ਕਿਸਾਨਾਂ ਨੇ ਸ਼ਾਂਤੀਪੂਰਵਕ ਆਪਣਾ ਅੰਦੋਲਨ ਕੀਤਾ। ਹੁਣ ਉਹਨਾਂ ਦੇ ਸਹਾਰੇ ਉਹਨਾਂ ਨੇ ਜੋ ਕੁਝ ਕੀਤਾ, ਲਾਲ ਕਿਲੇ ਵਾਲਿਆਂ ਨੇ, ਉਹਨਾਂ ਦਾ ਨਾਮ ਲੈ ਕੇ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਕਿਸਾਨਾਂ ਤੇ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ। ਇਹ ਵੀ ਡੈਮੋਕ੍ਰੇਸੀ ਹੈ। ਇਹ ਲੋਕਤੰਤਰ ਦੇ ਵਿੱਚ ਲੋਕਤੰਤਰ ਦੀ ਮਰਿਆਦਾ ਖਤਮ ਨਹੀਂ ਹੋਣੀ ਚਾਹੀਦੀ। ਹੁਣ ਦਿੱਲੀ ਪੁਲਿਸ ਦੀ ਜ਼ਿੰਮੇਵਾਰੀ ਹੈ। ਦਿੱਲੀ ਪੁਲਿਸ ਲਾਲ ਕਿਲੇ ਵਾਲਿਆਂ ਨੂੰ ਕਰੇ ਗ੍ਰਿਫਤਾਰ, ਕੌਣ ਰੋਕਦੀ ਹੈ, ਕੌਣ ਰੋਕਦਾ? ਪਰ ਇਹਨਾਂ ਕਿਸਾਨਾਂ ਦੇ ਨਾਲ ਜ਼ਬਰਦਸਤੀ ਪੁਲਿਸ ਨੂੰ ਨਹੀਂ ਕਰਨੀ ਚਾਹੀਦੀ। ਉਹ ਗਲਤ ਸੁਨੇਹਾ ਜਾਊਗਾ। ਔਰ ਮੈਂ ਬਾਰ-ਬਾਰ ਕਹਿੰਦਾ, ਸਾਡੇ ਮੁਲਕ 'ਚ ਸੁਪਰੀਮ ਕੋਰਟ ਹੈ, ਅਦਾਲਤ ਹੈ, ਹਾਲੇ ਵੀ ਕਿਸਾਨਾਂ ਕੋਲੇ ਵਕਤ ਹੈ। ਕਿਸਾਨ ਅਦਾਲਤ 'ਚ ਜਾਣ, ਸੁਪਰੀਮ ਕੋਰਟ 'ਚ ਜਾਣ, ਪਟੀਸ਼ਨ ਲੈ ਕੇ ਜਾਣ, ਕਿਸੇ ਸਾਬਕਾ ਜੱਜ ਤੋਂ, ਕਿਸੇ ਸਾਬਕਾ ਮੁੱਖ ਜੱਜ ਤੋਂ, ਭਾਰਤ ਦੇ ਤੋਂ ਜਾਂਚ ਮੰਗਣ ਦਿੱਲੀ ਵਾਲੇ ਪੂਰੇ ਕਾਂਡ ਦੀ, ਕਿ ਕੀ ਸੱਚਮੁੱਚ ਇਹਦੇ ਪਿੱਛੇ ਕੋਈ ਹੋਰ ਕਾਰਨ ਤਾਂ ਨਹੀਂ, ਕਿ ਜੋ ਕੁਝ ਵਾਪਰਿਆ, ਜਿਸ ਤਰ੍ਹਾਂ ਦੇ ਇਲਜ਼ਾਮ ਆ ਰਹੇ ਨੇ, ਉਹਦੇ ਪਿੱਛੇ ਕੀ ਕਾਰਨ ਨੇ, ਕਿ ਕੋਈ ਪਲੈਨਿੰਗ ਤਾਂ ਨਹੀਂ ਸੀ ਕਿਸੇ ਦੀ ਕਿ ਇਸ ਤਰੀਕੇ ਨਾਲ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹਨੂੰ ਤਾਰ-ਪੀੜ ਕੀਤਾ ਜਾਣਾ ਚਾਹੀਦਾ ਹੈ। ਉਹ ਜਾਂਚ 'ਚ ਵੀ ਗੱਲਾਂ ਸਮਝ ਆਉਣ, ਦਿਖਣ ਕਿ ਬਾਕੀ ਦੇ ਕਿਸਾਨ ਤਾਂ ਸ਼ਾਂਤੀਪੂਰਵਕ ਪਰੇਡ ਕਰ ਰਹੇ ਸੀ। ਸੋ ਇੱਕ ਮੁੱਖ ਜੱਜ ਤੋਂ ਜਿਹੜੀ ਜਾਂਚ ਦੀ ਮੰਗ ਹੈ, ਜਿਹੜੀ ਉਹ ਕਰ ਸਕਦੇ ਨੇ, ਭਾਵੇਂ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਹੋਵੇ, ਭਾਵੇਂ ਸੁਪਰੀਮ ਕੋਰਟ ਦੇ ਕਿਸੇ ਸਾਬਕਾ ਜੱਜ ਤੋਂ ਜਾਂਚ ਹੋਵੇ। ਇਹ ਕਿਸਾਨਾਂ ਨੂੰ ਸੁਪਰੀਮ ਕੋਰਟ 'ਚ ਜਾਣਾ ਪੈਣਾ। ਦੇਖੋ ਆ ਜਿਹੜਾ ਸਿੰਘੂ ਬਾਰਡਰ ਦੇ ਬਾਹਰ ਵਿਰੋਧ ਹੋ ਰਿਹਾ, ਇਹਦੇ ਲਈ ਵੀ ਸੁਰੱਖਿਆ ਮੰਗ ਸਕਦੇ ਨੇ ਕਿਸਾਨ ਸੁਪਰੀਮ ਕੋਰਟ 'ਚ ਜਾ ਕੇ। ਸੋ ਇਹ ਕੰਮ ਜਿਹੜੇ ਨੇ, ਇਹ ਸਾਰੇ ਤੁਰੰਤ ਕਰ ਲੈਣੇ ਚਾਹੀਦੇ ਨੇ। ਕਈ ਵਾਰੀ ਵਕਤ ਲੰਘੇ ਦਾ ਨੁਕਸਾਨ ਹੁੰਦਾ। ਪਰ ਦੇਖੋ ਜਿਹੜੇ ਲੋਕ ਇਲਜ਼ਾਮ ਲਾ ਰਹੇ ਸੀ ਕਿ ਟਰੈਕਟਰ ਗਣਤੰਤਰ ਦਿਹਾੜੇ ਦੀ ਪਰੇਡ ਤੋਂ ਬਾਅਦ ਟਰੈਕਟਰ ਵਾਪਸ ਚਲੇ ਗਏ, ਕਿਸਾਨ ਵਾਪਸ ਚਲੇ ਗਏ, ਦੇਖੋ ਟਰੈਕਟਰ ਤਾਂ ਆਏ ਪਰੇਡ ਲਈ ਸੀ। ਬਿਲਕੁਲ, ਟਰੈਕਟਰ ਤਾਂ ਆਏ ਪਰੇਡ ਲਈ ਸੀ, ਇਸ ਕਰਕੇ ਉਹਨਾਂ ਨੇ ਵਾਪਸ ਜਾਣਾ ਸੀ। ਪਰ ਲੋਕ ਟਰੈਕਟਰ ਛੱਡ ਕੇ ਵੀ
ਔਰ ਮੈਨੂੰ ਪਤਾ ਲੱਗਿਆ ਗਗਨ ਕਈ ਲੋਕ ਤਾਂ ਦੁਬਾਰਾ ਰਾਹ ਚੋਂ ਹੀ ਮੁੜ ਗਏ ਟਰੈਕਟਰ ਲੈ ਕੇ। ਬਿਲਕੁਲ। ਉਹਨਾਂ ਨੂੰ ਲੱਗਿਆ ਵੀ ਨਹੀਂ, ਸਾਡੇ ਤੇ ਬਦਨਾਮੀ ਕੀਤੀ ਜਾ ਰਹੀ ਹੈ, ਇਲਜ਼ਾਮ ਲਾਏ ਜਾ ਰਹੇ ਨੇ। ਸੋ ਭਾਰਤ ਦੀ ਸਰਕਾਰ ਨੂੰ ਬਹੁਤ ਸੰਜੀਦਗੀ ਦੇ ਨਾਲ ਇਹ ਮਸਲਾ ਵਿਚਾਰਨਾ ਚਾਹੀਦਾ। ਸਾਡੀ ਆਪਣੀ ਸਰਕਾਰ ਹੈ, ਸਾਡੇ ਆਪਣੇ ਕਿਸਾਨ ਹੈ, ਸਾਡੇ ਆਪਣੇ ਲੋਕ ਨੇ। ਸੋ ਡੈਮੋਕ੍ਰੇਸੀ ਦੀ ਸ਼ਾਨ ਇਸੇ ਵਿੱਚ ਹੈ। ਦਿੱਲੀ ਦੀ ਪੁਲਿਸ ਨੂੰ ਵੱਡਾ ਦਿਲ ਦਿਖਾ ਕੇ ਜ਼ੋਰ ਜ਼ਬਰਦਸਤੀ ਜਿੰਨੀ ਸੰਭਵ ਹੋ ਸਕੇ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ, ਜਿੰਨਾ ਸੰਭਵ ਹੋ ਸਕੇ ਜ਼ੋਰ ਜ਼ਬਰਦਸਤੀ ਉਂਝ ਤਾਂ ਕਰਨੀ ਨਹੀਂ ਚਾਹੀਦੀ। ਉਸ ਪਾਸੇ ਕਰਨ ਨਾ ਦੇਖੋ, ਆ ਕਹਿੰਦੇ ਇਜ਼ਰਾਈਲ ਦੇ ਦੂਤਾਵਾਸ ਦੇ ਬਾਹਰ ਕੀ ਹੋ ਗਿਆ ਉੱਥੇ। ਬਿਲਕੁਲ। ਹਾਲਾਂਕਿ ਉਹ ਚਲੋ ਛੋਟਾ ਜਿਹਾ ਮਾਮਲਾ ਹੈ, ਪਰ ਉਹ ਤਾਂ ਪਤਾ ਨਹੀਂ ਲੱਗਿਆ ਨਾ ਕਿਸੇ CCTV 'ਚ ਨਿਕਲਿਆ ਉਹ ਹਜੇ ਤੱਕ। ਸੋ ਉਸ ਪਾਸੇ ਕੰਮ ਕਰਨ ਦੀ ਲੋੜ ਹੈ ਦਿੱਲੀ ਪੁਲਿਸ ਨੂੰ ਜੀ। ਤੇ ਡੱਲਾ ਜੀ, ਇਸ ਦੇ ਨਾਲ ਹੀ ਚਰਚਾਵਾਂ ਦੇ ਵਿੱਚ ਜਿਸ ਤਰ੍ਹਾਂ ਸਿੰਘੂ ਬਾਰਡਰ ਦੇ ਉੱਤੇ ਜੋ ਹਾਲਾਤ ਰਹੇ ਨੇ, ਉਸ ਤੋਂ ਬਾਅਦ ਨਾਲ ਹੀ ਖਾਪ ਪੰਚਾਇਤਾਂ ਚੱਲ ਰਹੀਆਂ ਸੀ, ਜਿਸ ਖਾਪ ਪੰਚਾਇਤ ਦਾ ਜਿਹਨੂੰ ਕਈ ਬੁਲਾਉਣ ਦੀ ਜਿਹੜੀ ਗੱਲ ਕੀਤੀ ਗਈ ਸੀ ਉਹ ਰਕੇਸ਼ ਟਕੈਤ ਦੇ ਭਰਾ ਦੇ ਵੱਲੋਂ ਕੀਤੀ ਗਈ ਸੀ। ਉੱਥੇ ਕਹਿੰਦੇ ਕਿ 5 ਲੱਖ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਦੇ ਵੱਲ ਆਉਣ ਦੇ ਲਈ ਨਮਕ ਦੀ ਤੇ ਗੰਗਾ ਦੀ ਜਿਹੜੀ ਕਸਮ ਖਾਧੀ ਹੈ ਕਿ ਅਸੀਂ ਇੱਧਰ ਆਵਾਂਗੇ ਤੇ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਅਸੀਂ ਵਾਪਸ ਨਹੀਂ ਪਰਤਾਂਗੇ। ਇਸ ਨੂੰ ਕਿੱਦਾਂ ਵੇਖ ਰਹੇ ਹੋ, ਜਿਸ ਤਰ੍ਹਾਂ ਖਾਪ ਪੰਚਾਇਤਾਂ ਦੇ ਵੱਡੇ ਇਕੱਠ ਹੋ ਰਹੇ ਨੇ? ਦੇਖੋ, ਖਾਪ ਪੰਚਾਇਤਾਂ ਦੀ ਭੂਮਿਕਾ ਜਿਹੜੀ ਹੈ ਉਹ ਬੜੀ ਉਸਾਰੂ ਹੋ ਕੇ ਨਜ਼ਰ ਆਈ ਹੈ। ਦੇਖੋ, ਰਾਤੋਂ ਰਾਤ ਮੀਟਿੰਗਾਂ ਹੋਣ ਲੱਗ ਗਈਆਂ। ਗਗਨ, ਐਡੀ ਵੱਡੀ ਤਾਕਤ ਖਾਪ ਪੰਚਾਇਤਾਂ ਦੀ ਉਸਾਰੂ ਭੂਮਿਕਾ ਦੇ ਵਿੱਚ ਫੇਰ ਨਜ਼ਰ ਆਈ ਹੈ ਇੱਕ ਵਾਰ। ਅੱਗੇ ਵੀ ਖਾਪ ਪੰਚਾਇਤਾਂ ਬਹੁਤ ਫੈਸਲੇ ਕਰਦੀਆਂ ਨੇ, ਹਾਲਾਂਕਿ ਕਈ ਵਾਰੀ ਖਾਪ ਪੰਚਾਇਤਾਂ ਦੇ ਕੁਝ ਫੈਸਲਿਆਂ ਦੇ ਉੱਤੇ ਕਿੰਤੂ ਪ੍ਰੰਤੂ ਹੁੰਦਾ, ਪਰ ਡੈਮੋਕ੍ਰੇਸੀ ਹੈ। ਜ਼ਰੂਰੀ ਨਹੀਂ ਹਰ ਸੰਸਥਾ, ਹਰ ਅਦਾਰਾ, ਹਰ ਵਿਅਕਤੀ ਹਰ ਗੱਲ ਨੂੰ ਸਹੀ ਕਰੇ। ਕਈ ਵਾਰੀ ਗਲਤੀਆਂ ਤੋਂ ਲੋਕ ਸਿੱਖਦੇ ਆ, ਜਿਵੇਂ ਸਾਡੇ ਕਿਸਾਨ ਸਿੱਖਣਗੇ ਗਲਤੀਆਂ ਤੋਂ। ਬਿਲਕੁਲ। ਵੀ ਕੋਈ ਵੀ ਅਗਰ ਉਕਸਾਹਟ ਪੈਦਾ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਪਹਿਲਾਂ ਹੀ ਦੂਰ ਰੱਖਣਾ ਤਾਂ ਕਿ ਉਹ ਇਹੋ ਜਿਹੇ ਲਾਲ ਕਿਲੇ ਵਰਗੀ ਘਟਨਾ ਨਾ ਕਰ ਦੇਣ। ਔਰ ਦੂਸਰੀ ਗੱਲ, ਖਾਪ ਪੰਚਾਇਤਾਂ ਦੇ ਦਖਲ ਤੋਂ ਬਾਅਦ ਤੁਸੀਂ ਦੇਖੋ ਟਕੈਤ ਹੋਣੀ ਜਿਹੜੇ ਨੇ ਉਹਨਾਂ ਨੂੰ ਕਿੱਡੀ ਤਾਕਤ ਮਿਲੀ, ਕਿੰਨੇ ਭਾਵੁਕ ਹੋ ਗਏ, ਕਹਿੰਦੇ ਮੈਂ ਦੁਨੀਆ ਛੱਡ ਸਕਦਾ, ਐਦਾਂ ਦੀ ਗੱਲ ਉਹਨਾਂ ਨੇ ਕੀਤੀ, ਹੰਝੂ ਨਿਕਲਿਆ ਏ। ਹਾਲਾਂਕਿ ਉਸ ਵੇਲੇ ਮੀਡੀਆ ਨੇ ਇਹਨੂੰ ਨਾ ਪੱਖੀ ਹੁੰਗਾਰੇ ਦੇ ਲਈ ਦੇ ਤੌਰ ਤੇ ਪੇਸ਼ ਕੀਤਾ ਟਕੈਤ ਸਾਹਿਬ ਲਈ। ਬਿਲਕੁਲ। ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਸ਼ਾਇਦ ਇਹ ਹਿੰਮਤ ਹਾਰ ਗਏ, ਪਰ ਉਹ ਜਜ਼ਬਾ ਨਹੀਂ ਸਮਝ ਸਕੇ ਉਸ ਵਿਅਕਤੀ ਦਾ। ਉਹ ਵਿਅਕਤੀ ਦੀਆਂ ਅੱਖਾਂ 'ਚੋਂ ਹੰਝੂ ਆ ਗਏ, ਜਿਹੜਾ ਕਿੱਡਾ ਦਲੇਰ ਸੀ। ਉਹ ਹੰਝੂ ਸਿਰਫ ਕਿਸਾਨੀ ਦਾ ਦੁੱਖ ਸੀ, ਔਰ ਇਹ ਸੀ ਵੀ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਕਿਸਾਨਾਂ ਦੀ, ਇਹ ਗੱਲ ਸੀ। ਔਰ ਖਾਪ ਪੰਚਾਇਤਾਂ ਦੇ ਦਖਲ ਤੋਂ ਬਾਅਦ ਤੁਸੀਂ ਦੇਖੋ ਜੀ, ਹਰਿਆਣੇ ਤੇ ਉੱਤਰ ਪ੍ਰਦੇਸ਼ 'ਚ ਮੈਨੂੰ ਲੱਗਦਾ ਇਹ ਜਿਹੜਾ ਅੰਦੋਲਨ ਹੈ ਇਹ ਦੁਬਾਰਾ ਤਕੜਾ ਹੋ ਗਿਆ। ਬਿਲਕੁਲ। ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਸਟਰੈਂਥ, ਜ਼ਿਆਦਾ ਤਾਕਤ ਹੈ ਜਿਹੜੀ ਹਰਿਆਣੇ ਤੇ ਯੂਪੀ 'ਚ ਮੈਨੂੰ ਇਹਦੀ ਦਿਖਣ ਲੱਗ ਗਈ। ਸੋ ਸਰਕਾਰ ਨੂੰ ਦੇਖੋ, ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੈ, ਬੜਾ ਚੰਗਾ ਮੌਕਾ ਹੈ। ਪਾਰਲੀਮੈਂਟ ਦੇ ਸੈਸ਼ਨ ਦੇ ਦਰਮਿਆਨ ਹੀ ਸਰਕਾਰ ਐਲਾਨ ਕਰ ਦੇ। ਹੁਣ ਜੇ ਸਰਕਾਰ ਨੇ ਕਿਸਾਨਾਂ ਨੂੰ ਹੀ ਪ੍ਰਸਤਾਵ ਦਿੱਤਾ ਸੀ ਕਿ ਅਸੀਂ 1.5 ਸਾਲ ਲਈ ਮੁਲਤਵੀ ਕਰ ਦਿੰਦੇ ਹਾਂ, ਰੱਦ ਕਰ ਦਿੰਦੇ ਹਾਂ, ਸਸਪੈਂਡ ਕਰ ਦਿੰਦੇ ਹਾਂ, ਜੋ ਵੀ ਕਰਨਾ ਹੈ, ਤੇ ਪਾਰਲੀਮੈਂਟ 'ਚ ਸਰਕਾਰ ਆਪ ਹੀ ਅਨਾਉਂਸ ਕਰ ਦੇ, ਅੱਧੀ ਗੱਲ ਤਾਂ ਸਰਕਾਰ ਆਪ ਹੀ ਪੂਰੀ ਕਰ ਦੇ। ਸੋ ਇਹ ਸਰਕਾਰ ਨੂੰ ਜਿਗਰਾ ਦਿਖਾਉਣਾ ਚਾਹੀਦਾ ਹੈ ਜੀ। ਔਰ ਅਨਾਉਂਸਮੈਂਟਾਂ ਦੋ ਬੜੀਆਂ ਜ਼ਰੂਰੀ ਨੇ। ਸਰਕਾਰ ਨੇ ਕਿਹਾ ਸੀ ਪਾਰਲੀਮੈਂਟ ਵਾਲੇ ਮਸਲੇ ਤੇ ਜਿਹੜਾ ਹੈਗਾ, ਜਿਹੜਾ ਪਰਾਲੀ ਵਾਲੇ ਮਸਲੇ ਤੇ ਅਸੀਂ ਉਹਦੇ ਤੇ ਸੰਸ਼ੋਧਨ ਕਰਾਂਗੇ, ਉਹ ਨਿਯਮ ਖਤਮ ਕਰਾਂਗੇ, ਪਾਰਲੀਮੈਂਟ 'ਚ ਉਹਦੀ ਗੱਲ ਸਾਫ਼ ਹੋ ਜਾਣੀ ਚਾਹੀਦੀ ਹੈ ਜੀ। ਹੈ ਜੀ। ਇੱਕ ਹੋਰ ਗੱਲ ਮੰਨੀ ਸੀ ਕਿ ਇਲੈਕਟ੍ਰਿਸਿਟੀ ਦਾ ਡਰਾਫਟ ਹੈ ਜਿਹੜਾ ਉਹ ਅਸੀਂ ਨਹੀਂ ਲੈ ਕੇ ਆਵਾਂਗੇ। ਇਹ ਸਾਰੀਆਂ ਚੀਜ਼ਾਂ ਕਿਸਾਨ ਨੂੰ ਵੀ ਹੁਣ ਪਾਰਲੀਮੈਂਟ 'ਚ ਜਾ ਕੇ ਦੱਸਣੀਆਂ ਚਾਹੀਦੀਆਂ ਨੇ, ਤਾਂ ਕਿ ਪੂਰਾ ਦੇਸ਼ ਸਾਡਾ ਸੁਣ ਰਿਹਾ। ਬੜੀਆਂ ਆਸਾਂ ਨੇ ਸਾਨੂੰ ਮੋਦੀ ਸਾਹਿਬ ਦੀ ਸਰਕਾਰ ਤੋਂ। ਦੇਖੋ, ਰਾਸ਼ਟਰਪਤੀ ਕੋਵਿੰਦ ਉਹਨਾਂ ਦਾ ਭਾਸ਼ਣ ਸੀ, ਕਈ ਗੱਲਾਂ ਮੈਂ ਰਾਸ਼ਟਰਪਤੀ ਉਹਨਾਂ ਦੇ ਹਵਾਲੇ ਨਾਲ ਸੁਣੀਆਂ। ਜਿਹੜਾ ਰਾਸ਼ਟਰਪਤੀ ਦਾ ਭਾਸ਼ਣ ਹੁੰਦਾ ਨਾ ਗਗਨ, ਉਹ ਸਰਕਾਰ ਦਾ ਲਿਖਿਆ ਹੋਇਆ ਭਾਸ਼ਣ ਪੜ੍ਹਨਾ ਹੁੰਦਾ ਰਾਸ਼ਟਰਪਤੀ ਨੇ। ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰਦਾ, ਰਾਸ਼ਟਰਪਤੀ ਕੋਲੇ ਆਪਣੇ ਕੋਲੋਂ ਨਹੀਂ ਲਿਖਦੇ ਰਾਸ਼ਟਰਪਤੀ ਸਾਹਿਬ, ਉਹ ਲਿਖਿਆ ਹੋਇਆ ਭਾਸ਼ਣ ਪੜ੍ਹਨਾ ਹੁੰਦਾ। ਔਰ ਰਾਸ਼ਟਰਪਤੀ ਸਾਹਿਬ ਨੇ ਕਈ ਵੱਡੀਆਂ ਵੱਡੀਆਂ ਗੱਲਾਂ ਦੱਸੀਆਂ ਇਹਦੇ 'ਚ, ਮੈਂ ਦੱਸ ਵੀ ਦਿੰਦਾ। ਰਾਸ਼ਟਰਪਤੀ ਕਹਿੰਦੇ 100 ਤੋਂ ਵੱਧ ਕਿਸਾਨ ਰੇਲ ਗੱਡੀਆਂ ਚਲਾਈਆਂ ਨੇ, 38,000 ਟਨ ਤੋਂ ਵੱਧ ਅਨਾਜ, ਦਾਲਾਂ, ਫਸਲਾਂ, ਸਬਜ਼ੀਆਂ ਇਹਨਾਂ ਗੱਡੀਆਂ ਦੇ ਜ਼ਰੀਏ ਢੋਆ ਢਵਾਈ 'ਚ ਗਈਆਂ ਨੇ। ਉਹ ਕਹਿੰਦੇ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕੁਸਮ ਯੋਜਨਾ ਤਹਿਤ 20 ਲੱਖ ਸੋਲਰ ਪੰਪ ਕਿਸਾਨਾਂ ਨੂੰ ਦਿੱਤੇ ਜਾ ਰਹੇ ਨੇ। ਉਹ ਕਹਿੰਦੇ ਪਿਛਲੇ 6 ਸਾਲਾਂ 'ਚ ਸਰਕਾਰ ਦੀਆਂ ਪੋਜ਼ਿਟਿਵ ਨੀਤੀਆਂ ਕਰਕੇ ਐਥੇਨॉल ਦਾ ਉਤਪਾਦਨ 38 ਕਰੋੜ ਤੋਂ ਵਧਾ ਕੇ 190 ਕਰੋੜ ਲੀਟਰ ਹੋ ਗਿਆ। ਇਹਨੂੰ ਪੈਟਰੋਲ ਤੇ ਡੀਜ਼ਲ ਦਾ ਜਿਹੜਾ ਉਦਯੋਗ ਹੈ ਸਾਡਾ, ਉਹਦੇ 'ਚ ਐਥੇਨॉल ਵਰਤਿਆ ਜਾ ਸਕਦਾ ਕਿਸੇ ਨਾ ਕਿਸੇ ਰੂਪ 'ਚ। ਔਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਜ਼ਰੀਏ 8 ਮਹੀਨਿਆਂ ਤੱਕ 80 ਕਰੋੜ ਲੋਕਾਂ ਨੂੰ 5 ਕਿਲੋ ਹਰ ਮਹੀਨੇ ਵਾਧੂ ਅਨਾਜ ਮੁਫਤ ਯਕੀਨੀ ਬਣਾਇਆ ਗਿਆ। ਇਹ ਦੇਖੋ, ਇਹ ਅਨਾਜ ਜਿਹੜਾ 80 ਕਰੋੜ ਲੋਕਾਂ ਨੂੰ ਕੋਵਿਡ ਦੇ ਸਮੇਂ 5 ਕਿਲੋ ਵਾਧੂ ਦਿੱਤਾ ਗਿਆ ਜੀ, ਤੇ ਇਹ ਕਿਸਾਨਾਂ ਨੇ ਪੈਦਾ ਕੀਤਾ ਨਾ ਜੀ। ਹੁਣ ਇਸ ਕਰਕੇ ਜੇ ਸਰਕਾਰ ਕੋਲੇ ਬਫਰ ਸਟਾਕ ਸੀ, ਜੇ ਬੰਪਰ ਉਤਪਾਦਨ ਕਿਸਾਨਾਂ ਦਾ ਸਾਂਭਿਆ ਹੋਇਆ ਸੀ, ਇਹ ਤਾਂ ਹੀ ਦਿੱਤਾ ਗਿਆ ਨਾ। ਇਸੇ ਕਰਕੇ ਤਾਂ ਕਿਸਾਨ ਕਹਿੰਦੇ, ਸਰਕਾਰ ਕਹਿੰਦੀ ਅਸੀਂ ਲਿਖਤੀ ਭਰੋਸਾ ਦਿੰਦੇ ਹਾਂ MSP ਤੇ,
ਤੇ ਲਿਖਤੀ ਭਰੋਸੇ ਨੂੰ ਕਾਨੂੰਨ ਦੀ ਮੋਹਰ ਹੀ ਲੱਗਣੀ ਹੈ ਜੀ। ਜੇ ਸਰਕਾਰ ਲਿਖਤੀ ਭਰੋਸਾ ਦਿੰਦੀ ਹੈ ਇਹਦਾ ਮਤਲਬ ਸਰਕਾਰ ਬੰਦ ਨਹੀਂ ਕਰਨਾ ਚਾਹੁੰਦੀ, ਫਿਰ ਕਾਨੂੰਨ ਹੀ ਬਣਾ ਦਿਓ, ਫਿਰ ਕੀ ਦਿੱਕਤ ਹੈ। ਬਿਲਕੁਲ। ਸੋ ਜਿਹੜੀ ਗੱਲ ਕਾਨੂੰਨ ਬਣ ਕੇ ਵਧੀਆ ਹੋ ਸਕਦੀ ਹੈ, ਉਂਝ ਵੀ ਤਾਂ ਦੇਸ਼ 'ਚ ਦੇਖੋ ਕਿੰਨੇ ਕਾਨੂੰਨ ਬਣਾਏ ਆ ਜੀ ਆਪਾਂ, ਹੈ ਜੀ। ਕਾਨੂੰਨ ਤਾਂ ਇਹ ਵੀ ਹੈ ਵੀ ਤੁਸੀਂ ਸੜਕ ਤੇ ਥੁੱਕ ਨਹੀਂ ਸਕਦੇ, ਇਹੋ ਜਿਹੇ ਵੀ ਕਾਨੂੰਨ ਬਣੇ ਨੇ ਨਾ। ਬਿਲਕੁਲ। ਸੋ ਇਸ ਕਰਕੇ ਇਹ ਤਾਂ ਕਿੱਡਾ ਵੱਡਾ ਵਿਸ਼ਾ MSP ਦਾ, ਇਹਦੇ ਤੇ ਕਾਨੂੰਨ ਕਿਉਂ ਨਹੀਂ ਜ਼ਰੂਰੀ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਰਾਸ਼ਟਰਪਤੀ ਸਾਹਿਬ ਨੇ ਜਿਵੇਂ ਉੱਥੇ ਗੱਲ ਕੀਤੀ ਹੈ, ਮੈਂ ਆਸ ਕਰੂੰਗਾ ਕਿ ਭਾਰਤ ਦੀ ਸਰਕਾਰ, ਸਾਡੀ ਪ੍ਰਧਾਨ ਮੰਤਰੀ ਸਾਹਿਬ ਜ਼ਰੂਰ ਇਸ ਪਾਰਲੀਮੈਂਟ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਐਲਾਨ ਕਰ ਦੇਣ ਤੇ ਗੱਲ ਜਿਹੜੀ ਉਹ ਬੜੀ ਚੰਗੇ ਪਾਸੇ ਨੂੰ ਤੁਰੇਗੀ। ਦਿਲ 'ਚ ਬਹੁਤ ਵੱਡੇ ਸਵਾਲ ਉਦੋਂ ਖੜੇ ਹੋਏ ਨੇ ਜਦੋਂ ਪਾਰਲੀਮੈਂਟ ਸੈਸ਼ਨ ਦੀ ਆਰੰਭਤਾ ਹੁੰਦੀ ਹੈ ਤੇ ਦੇਸ਼ ਦੇ ਰਾਸ਼ਟਰਪਤੀ ਭਾਸ਼ਣ ਦੇਣਾ ਸ਼ੁਰੂ ਕਰਦੇ ਨੇ। ਉਸ ਦਰਮਿਆਨ ਸਾਰੀਆਂ ਹੀ ਸਿਆਸੀ ਧਿਰਾਂ, 19 ਦੇ ਕਰੀਬ ਜੋ ਸਿਆਸੀ ਧਿਰਾਂ ਦੀ ਹੁਣ ਤੱਕ ਲਿਸਟ ਸਾਹਮਣੇ ਹੈ ਕਿ 19 ਦੇ ਕਰੀਬ ਧਿਰਾਂ ਦੇ ਵੱਲੋਂ ਇਸ ਭਾਸ਼ਣ ਦਾ ਬਾਈਕਾਟ ਕੀਤਾ ਗਿਆ। ਸੈਂਟਰਲ ਹਾਲ ਦੇ ਵਿੱਚ ਬੈਠ ਕੇ ਭਗਵੰਤ ਮਾਨ ਅਤੇ ਸੰਜੇ ਸਿੰਘ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉਧਰ ਜਾਣ ਨਹੀਂ ਦਿੱਤਾ ਉਹਨਾਂ ਨੂੰ ਅੰਦਰ। ਰਵਨੀਤ ਬਿੱਟੂ ਤੇ ਗੁਰਜੀਤ ਔਜਲਾ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਦੇ ਸਾਰੇ ਆਗੂਆਂ ਦੇ ਵੱਲੋਂ ਪ੍ਰਦਰਸ਼ਨ। ਇਹ ਪ੍ਰਦਰਸ਼ਨਾਂ ਦਾ ਦੌਰ ਜਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਇਸ ਤਰ੍ਹਾਂ ਐਕਟਿਵ ਹੋ ਚੁੱਕੀਆਂ ਨੇ, ਇਹਨੂੰ ਕਿੱਦਾਂ ਵੇਖ ਰਹੇ ਹੋ ਕਿਸਾਨੀ ਸੰਘਰਸ਼ ਨੂੰ ਲੈ ਕੇ? ਦੇਖੋ, ਰਾਹੁਲ ਗਾਂਧੀ ਦਾ ਇੱਕ ਮੈਂ ਬਿਆਨ ਦੇਖਿਆ, ਬੜੀ ਦਲੇਰੀ ਦਿਖਾਈ ਰਾਹੁਲ ਗਾਂਧੀ ਨੇ। ਉਹ ਕਹਿੰਦਾ ਕਿਸਾਨਾਂ ਦੇ ਨਾਲ ਖੜੇ ਹਾਂ ਅਸੀਂ, ਵੀ ਅੰਦੋਲਨ ਕਹਿੰਦਾ ਟੁੱਟਣ ਨਹੀਂ ਦੇਵਾਂਗੇ ਜੀ। ਇਸ ਵਕਤ ਕਿਸਾਨਾਂ ਦੇ ਮਨੋਵਿਗਿਆਨਿਕ ਤੌਰ ਦੇ ਉੱਤੇ ਜਿਹੜੇ ਕਿਸਾਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ। ਕੈਪਟਨ ਅਮਰਿੰਦਰ ਦਾ ਵੀ ਬਿਆਨ ਹੈ, ਉਹ ਵੀ ਆਪਾਂ ਗੱਲ ਕਰਦੇ ਹਾਂ ਅੱਗੇ ਜਾ ਕੇ। ਤੁਸੀਂ ਮੈਨੂੰ ਕਿਹਾ ਸੀ ਤੁਸੀਂ ਪੁੱਛਣਾ। ਰਾਹੁਲ ਗਾਂਧੀ ਔਰ ਕਾਂਗਰਸ ਦੇ ਹੋਰ ਸਾਰੇ MP ਇਹਨਾਂ ਨੇ ਪ੍ਰੋਟੈਸਟ ਕੀਤਾ ਮਹਾਤਮਾ ਗਾਂਧੀ ਦੇ ਬੁੱਤ ਹੇਠਾਂ ਪਾਰਲੀਮੈਂਟ ਦੇ ਵਿੱਚ। ਔਰ ਕਿਸਾਨਾਂ ਨੇ ਵੀ ਅੱਜ ਕਿਸਾਨਾਂ ਨੇ ਵੀ ਸਦਭਾਵਨਾ ਦਿਵਸ ਦੇ ਵਜੋਂ ਅੱਜ ਭੁੱਖ ਹੜਤਾਲ ਰੱਖਣੀ ਹੈ, ਵਰਤ ਰੱਖਣਾ ਅੱਜ ਕਿਸਾਨਾਂ ਨੇ ਵੀ। ਸਿੰਘੂ ਬਾਰਡਰ ਤੇ ਵੀ, ਗਾਜੀ ਬਾਰਡਰ ਤੇ ਵੀ, ਸਾਰੇ ਗਾਜੀਪੁਰ ਬਾਰਡਰ ਤੇ ਵੀ ਸਾਰੇ ਪਾਸੇ ਰੱਖਣਗੇ। ਹੁਣ ਅੱਜ ਵਿਰੋਧੀ ਧਿਰਾਂ ਨੇ ਇੱਕ ਤਕੜੀ ਭੂਮਿਕਾ ਅਦਾ ਕੀਤੀ ਹੈ। ਡੈਮੋਕ੍ਰੇਸੀ 'ਚ ਇਹ ਪ੍ਰੋਟੈਸਟ ਕਰਨ ਦਾ ਤਰੀਕਾ ਹੈ। ਰਾਸ਼ਟਰਪਤੀ ਦੇ ਭਾਸ਼ਣ ਦਾ ਬਾਇਕਾਟ ਕਰਨਾ, ਦੇਖੋ ਇਹ ਗੱਲ ਬੜੀ ਦੁੱਖ ਵਾਲੀ ਹੁੰਦੀ ਹੈ ਕਿ ਸਾਡੇ ਰਾਸ਼ਟਰਪਤੀ ਸਾਹਿਬ, ਕਦੀ ਤਾਂ ਰਾਸ਼ਟਰਪਤੀ ਨੇ ਭਾਸ਼ਣ ਦੇਣਾ ਹੁੰਦਾ ਪਾਰਲੀਮੈਂਟ 'ਚ। ਬਿਲਕੁਲ। ਸੈਸ਼ਨ ਵੇਲੇ ਉਹ ਪੇਸ਼ ਕਰਦੇ ਨੇ ਵਿਜ਼ਨ ਸਰਕਾਰ ਦਾ। ਐਡਾ ਮਾਣ ਮੱਤਾ ਸਾਡਾ ਇਤਿਹਾਸ ਹੈ ਰਾਸ਼ਟਰਪਤੀ ਦਾ। ਔਰ ਰਾਸ਼ਟਰਪਤੀ ਦਾ ਭਾਸ਼ਣ ਨਾ ਸੁਣਨਾ ਪਵੇ, ਬਾਇਕਾਟ ਕਰਨਾ ਪਵੇ ਪੋਲੀਟੀਕਲ ਪਾਰਟੀਆਂ ਨੂੰ, ਉਹ ਵੀ 18-19 ਪਾਰਟੀਆਂ ਨੇ ਕੀਤਾ। ਕਿੱਡੀ ਵੱਡੀ ਇਹ ਗੱਲ ਨਮੋਸ਼ੀ ਵਾਲੀ ਹੈ। ਬਲਕਿ ਮੈਨੂੰ ਲੱਗਦਾ ਸਰਕਾਰ ਨੂੰ ਬੇਨਤੀ ਕਰਨੀ ਚਾਹੀਦੀ ਸੀ ਵੀ ਅਸੀਂ ਖੇਤੀ ਕਾਨੂੰਨਾਂ ਦੇ ਉੱਤੇ ਆਪਸ 'ਚ ਕੋਈ ਗੱਲ ਕਰਾਂਗੇ ਬਹਿ ਕੇ, ਤੁਸੀਂ ਸਾਰੀਆਂ ਵਿਰੋਧੀ ਧਿਰਾਂ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਇਕਾਟ ਨਾ ਕਰੋ ਜੀ। ਸਿਰਫ ਬੀਜੇਪੀ ਦੀਆਂ ਹਮਾਇਤੀ ਧਿਰਾਂ ਸੀ, NDA ਗਠਬੰਧਨ ਦੀਆਂ ਧਿਰਾਂ ਸੀ। ਸੋ ਇਹ ਬੜਾ ਇੱਕ ਮੈਨੂੰ ਇਹ ਚੰਗਾ ਨਹੀਂ ਲੱਗਿਆ। ਡੈਮੋਕ੍ਰੇਸੀ 'ਚ ਅਜਿਹਾ ਨਹੀਂ ਹੋਣਾ ਚਾਹੀਦਾ। ਹੁਣ ਜ਼ਿੰਮੇਵਾਰੀ ਸਰਕਾਰ ਦੀ ਵੀ ਹੈ। ਬਿਲਕੁਲ। ਰੋਸ ਪ੍ਰਗਟ ਕਰਨ ਦਾ ਤਰੀਕਾ ਵੀ ਇਹ ਹੈ। ਜਦ ਸਰਕਾਰ ਸੁਣ ਨਹੀਂ ਸੀ ਰਹੀ, ਵਿਰੋਧੀ ਧਿਰਾਂ ਕਹਿੰਦੀਆਂ ਫਿਰ ਅਸੀਂ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਇਕਾਟ ਕਰਦੇ ਹਾਂ। ਇਹ ਚੰਗਾ ਨਹੀਂ ਲੱਗਦਾ ਡੈਮੋਕ੍ਰੇਸੀ 'ਚ। ਪਰ ਕੀਤਾ, ਕਿਸਾਨਾਂ ਦੇ ਹੱਕ 'ਚ ਕੀਤਾ, ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਔਰ ਸੁਨੇਹਾ ਗਿਆ ਦੁਨੀਆ ਭਰ ਦੇ ਵਿੱਚ, ਭਾਰਤ 'ਚ ਵੀ ਗਿਆ। ਔਰ ਰਾਹੁਲ ਗਾਂਧੀ, ਸਾਰਿਆਂ ਨੇ ਨਾਅਰੇਬਾਜ਼ੀ ਵੀ ਕੀਤੀ। ਦੇਖੋ ਰਾਹੁਲ ਗਾਂਧੀ ਵੀ ਨਾਅਰੇ ਮਾਰਦਾ ਚੰਗਾ ਲੱਗਦਾ ਜੀ। ਉਹਨਾਂ ਨੇ ਨਾਅਰੇ ਮਾਰੇ। ਮੈਂ ਬੀਜੇਪੀ ਦੇ ਤਾਂ ਸਾਰੇ ਲੀਡਰਾਂ ਨੂੰ ਨਾਅਰੇ ਮਾਰਦੇ ਦੇਖਿਆ ਮੈਂ ਸਮੇਂ-ਸਮੇਂ ਤੇ। ਮੋਦੀ ਸਾਹਿਬ ਨੇ ਮੰਚਾਂ ਤੋਂ ਬੜੇ ਨਾਅਰੇ ਲਾਉਂਦੇ ਜਦੋਂ ਸਰਕਾਰ 'ਚ ਨਹੀਂ ਸੀ ਆਏ, ਉਹ ਵੀ ਲਾਉਂਦੇ ਸੀ। ਬੀਬੀ ਸੁਸ਼ਮਾ ਸਵਰਾਜ ਬੜੇ ਨਾਅਰੇ ਮਾਰਦੇ ਸੀ। ਆ ਸਿੱਧੂ ਪਹਿਲਾਂ ਜਦੋਂ ਬੀਜੇਪੀ ਨਾਲ ਸੀ ਬੜੇ ਨਾਅਰੇ ਲਾਉਂਦਾ ਸੀ। ਚਲੋ ਸਿੱਧੂ ਤਾਂ ਹੁਣ ਵੀ ਲਾਈ ਜਾਂਦਾ, ਭਾਵੇਂ ਬੀਜੇਪੀ ਦੇ ਨਾਲ ਨਹੀਂ ਹੈ। ਹੁਣ ਪੰਜਾਬ ਦੇ ਹੱਕ 'ਚ ਵੀ ਲਾਉਂਦਾ ਨਾਅਰੇ ਸਿੱਧੂ ਜੀ। ਨਾਅਰਿਆਂ ਦੀ ਦੇਖੋ, ਮੈਂ ਤੁਹਾਨੂੰ ਯਾਦ ਕਰਾਉਣਾ, ਜੈ ਹਿੰਦ ਸਾਡੇ ਸੁਭਾਸ਼ ਚੰਦਰ ਬੋਸ ਸੀ। ਜਦੋਂ ਉਹਨਾਂ ਨੇ ਇੰਡੀਅਨ ਨੈਸ਼ਨਲ ਆਰਮੀ ਬਣਾਈ ਜੀ ਤੇ ਜੋਸ਼ ਭਰਨ ਲਈ ਜਵਾਨਾਂ ਦੇ ਵਿੱਚ ਜੈ ਹਿੰਦ ਦਾ ਨਾਅਰਾ ਲੱਗਦਾ ਸੀ। ਜੈ ਹਿੰਦ। ਅਸੀਂ ਛੋਟੇ ਹੁੰਦੇ ਦੇਖੋ ਸਕੂਲਾਂ 'ਚ ਜਦੋਂ 15 ਅਗਸਤ ਹੈ, 26 ਜਨਵਰੀ ਹੈ, ਬੱਚੇ ਮਾਰਦੇ ਆ ਨਾ ਸਾਰੇ। ਬਿਲਕੁਲ। ਇਹ ਨਾਅਰਿਆਂ ਦੀ ਇੱਕ ਆਪਣੀ ਤਾਕਤ ਹੈ। ਪਾਰਲੀਮੈਂਟ 'ਚ ਕਿਸਾਨਾਂ ਦੇ ਹੱਕ 'ਚ ਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਹੋਈ ਹੈ। ਇਹ ਸਰਕਾਰ ਦੇ ਖਿਲਾਫ ਜਿਹੜੀ ਨਾਅਰੇਬਾਜ਼ੀ ਹੋਈ ਹੈ, ਇਹਨੂੰ ਦੇਸ਼ ਵਿਰੋਧ ਦੀ ਕੈਟਾਗਰੀ 'ਚ ਨਾ ਰੱਖੋ ਜੀ। ਇਹ ਡੈਮੋਕ੍ਰੈਟਿਕ ਤਰੀਕਾ ਹੈ ਨਾਰਾਜ਼ਗੀ ਪ੍ਰਗਟ ਕਰਨ ਦਾ। ਸੋ ਜੈ ਹਿੰਦ ਦੇਖੋ, ਉਸ ਤੋਂ ਬਾਅਦ ਲਾਲ ਕਿਲੇ ਤੇ ਜਦੋਂ ਆਜ਼ਾਦੀ ਤੋਂ ਬਾਅਦ ਭਾਸ਼ਣ ਹੋਇਆ, ਜੈ ਹਿੰਦ ਹਰ ਭਾਸ਼ਣ 'ਚ ਹਰ ਪ੍ਰਧਾਨ ਮੰਤਰੀ ਜੈ ਹਿੰਦ ਕਹਿੰਦਾ। ਦੇਖੋ ਅਟਲ ਬਿਹਾਰੀ ਵਾਜਪਾਈ ਨੂੰ ਸੁਣਿਆ ਮੈਂ, ਮਨਮੋਹਨ ਸਿੰਘ ਨੂੰ ਸੁਣਿਆ। ਮਨਮੋਹਨ ਸਿੰਘ ਬੜਾ ਮਿੱਠਾ ਬੋਲਦੇ ਜੈ ਹਿੰਦ ਜੀ। ਫਿਰ ਸਾਡੇ ਨਰਿੰਦਰ ਮੋਦੀ ਸਾਹਿਬ ਦੇਖੋ, ਉਹ ਕਿੱਡੇ ਜਜ਼ਬੇ ਨਾਲ, ਜੋਸ਼ ਨਾਲ ਬੋਲਦੇ ਆ। ਉਹਨਾਂ ਦਾ ਆਪਣਾ ਤਰੀਕਾ ਹੈ ਜੈ ਹਿੰਦ ਕਹਿਣ ਦਾ। ਇੰਦਰਾ ਗਾਂਧੀ ਦੇ ਵੀ ਮੈਂ ਸੁਣੇ ਜੈ ਹਿੰਦ ਦੇ, ਰਾਜੀਵ ਗਾਂਧੀ ਦੇ ਵੀ ਸੁਣੇ ਜੈ ਹਿੰਦ ਦੇ, ਇੰਦਰ ਕੁਮਾਰ ਗੁਜਰਾਲ, ਅਟਲ ਬਿਹਾਰੀ ਵਾਜਪਾਈ, ਇਹਨਾਂ ਦੇ ਤਾਂ ਮੈਂ ਸਾਰਿਆਂ ਦੇ ਸੁਣੇ ਜੈ ਹਿੰਦ ਜੀ। ਬੜਾ ਜ਼ਬਰਦਸਤ ਤਰੀਕੇ ਨਾਲ ਇਹਨਾਂ ਨੇ ਜੈ ਹਿੰਦ ਉੱਥੇ ਬੋਲਿਆ ਔਰ ਕਿੱਡਾ ਉਤਸ਼ਾਹ ਪੈਦਾ ਹੁੰਦਾ ਉਹਦੇ ਨਾਲ।
ਉਹੀ ਉਤਸ਼ਾਹ ਕਿਸਾਨਾਂ ਨੇ ਤਿਰੰਗਾ ਯਾਤਰਾ, ਦੇਖੋ ਉਹਦਾ ਮਤਲਬ ਕੀ ਹੈ, ਉਹ ਜੈ ਹਿੰਦ ਹੀ ਹੈ। ਜਿਹੜੇ ਸਿੰਘੂ ਬਾਰਡਰ ਤੇ ਨੇ, ਗਾਜੀਪੁਰ ਬਾਰਡਰ ਤੇ ਤਿਰੰਗਾ ਯਾਤਰਾਵਾਂ ਕਿਸਾਨ ਕੱਢ ਰਹੇ ਨੇ, ਅਸਲ 'ਚ ਦੱਸ ਰਹੇ ਨੇ ਵੀ ਅਸੀਂ ਦੇਸ਼ ਭਗਤਾਂ, ਸਾਨੂੰ ਖਾਲਿਸਤਾਨੀ, ਨਕਸਲੀ, ਮਾੜੇ ਲੋਕ ਨਾ ਕਹੋ। ਜੀ, ਉਹ ਇਹ ਇਸ਼ਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਉੱਥੇ ਜੈ ਹਿੰਦ ਹੋ ਰਿਹਾ। ਸੋ ਇਹ ਵੀ ਸਮਝਣ ਦੀ ਲੋੜ ਹੈ। ਸੋ ਨਾਅਰੇਬਾਜ਼ੀ ਜਿਹੜੀ ਪਾਰਲੀਮੈਂਟ 'ਚ ਹੋਈ ਹੈ, ਵਿਰੋਧੀ ਧਿਰਾਂ, ਰਵਨੀਤ ਬਿੱਟੂ, ਸਾਰਿਆਂ ਦੀ, ਮੈਂ ਕਹਿੰਦਾ ਇੱਕ ਵਾਰੀ ਗੱਲ ਵੀ ਜ਼ਰੂਰ ਸੁਣਾ ਦਿਓ ਮੁੱਖ ਲੀਡਰਾਂ ਦੀ। ਇਹਨਾਂ ਨੇ ਵੀ, ਭਗਵੰਤ ਮਾਨ ਨੇ ਵੀ, ਭਗਵੰਤ ਮਾਨ ਤੇ ਇਸ ਗੱਲ ਤੋਂ ਮੈਨੂੰ ਭਗਵੰਤ ਮਾਨ ਤੇ ਬੜੀ ਸੰਤੁਸ਼ਟੀ ਹੁੰਦੀ ਹੈ ਕਿ ਭਗਵੰਤ ਮਾਨ ਡਰਦਾ ਨਹੀਂ। ਬਿਲਕੁਲ, ਭਗਵੰਤ ਮਾਨ ਆਪਣਾ ਵਿਰੋਧ ਦਰਜ ਕਰਾ ਜਾਂਦਾ ਕਿਸੇ ਨਾ ਕਿਸੇ ਰੂਪ 'ਚ। ਸੋ ਇਹ ਭਗਵੰਤ ਮਾਨ ਦੀ ਖੂਬੀ ਹੈ, ਇਹਦੀ ਕਦਰ ਕਰਨੀ ਚਾਹੀਦੀ ਹੈ। ਔਰ ਆਵਾਜ਼ ਦੂਰ ਤੱਕ ਭਗਵੰਤ ਮਾਨ ਲੈ ਕੇ ਜਾਂਦਾ। ਉਹਦੀ ਚੰਗੇ ਦਿਨ ਵਾਲੀ ਕਵਿਤਾ ਕਈ ਵਾਰੀ ਮੈਂ ਸੁਣ ਰਿਹਾ ਸੀ, ਕੱਲ ਪਰਸੋਂ ਵੀ ਮੈਂ ਸੁਣੀ, YouTube ਤੇ ਪਈ ਹੈ। ਸੋ ਜੋਸ਼ ਵਧਾਉਂਦਾ ਲੋਕਾਂ ਦਾ ਭਗਵੰਤ ਮਾਨ। ਬਿਲਕੁਲ। ਤੇ ਡੱਲਾ ਜੀ, ਇਸ ਦੇ ਨਾਲ ਹੀ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਦੇ ਬਿਆਨ ਵੀ ਨੇ, ਹੈ ਨਾ। ਜੋ ਕੁਝ ਵਾਪਰਿਆ ਉਸ ਨੂੰ ਲੈ ਕੇ ਵੀ ਬਿਆਨ ਆਏ ਨੇ ਸਿਆਸੀ ਧਿਰਾਂ ਦੇ, ਵੱਖੋ ਵੱਖਰੇ ਬਿਆਨ ਨੇ ਕਿ ਸਿੰਘੂ ਬਾਰਡਰ ਦੇ ਉੱਤੇ ਜੋ ਕੁਝ ਵਾਪਰਿਆ ਉਹ ਨਹੀਂ ਸੀ ਹੋਣਾ ਚਾਹੀਦਾ, ਜਾਂ ਵੱਖਰੇ ਧਿਰਾਂ ਨੇ ਕਰਵਾਇਆ ਹੈ। ਇਸ ਦੇ ਉੱਤੇ ਰਾਜਕੁਮਾਰ ਵੇਰਕਾ ਦਾ ਬਿਆਨ ਆਉਂਦਾ ਹੈ, ਉੱਧਰੋਂ ਗੁਰਜੀਤ ਔਜਲਾ ਦਾ ਬਿਆਨ ਆਉਂਦਾ ਹੈ। ਉਹ ਬਿਆਨਾਂ ਦੇ ਉੱਤੇ ਮੈਂ ਕਹਿੰਦਾ ਨਜ਼ਰ ਮਾਰ ਲਈਏ ਤੇ ਫਿਰ ਚਰਚਾ ਦੇ ਵੱਲ ਅੱਗੇ ਵਧਦੇ ਹਾਂ ਜੀ। ਰਾਸ਼ਟਰਪਤੀ ਜੀ ਨੇ ਸਰਕਾਰ ਦੁਆਰਾ ਲਿਖਿਆ ਹੋਇਆ ਭਾਸ਼ਣ ਪੜ੍ਹਨਾ ਸੀ, ਤਾਰੀਫਾਂ ਕਰਨੀਆਂ ਸੀ ਕਿ ਮੇਰੀ ਸਰਕਾਰ ਨੇ ਆਹ ਕਰਤਾ, ਉਹ ਕਰਤਾ। ਬਾਕੀ ਸਾਰੀਆਂ ਪਾਰਟੀਆਂ ਨੇ ਬਾਈਕਾਟ ਕਰਨ ਦਾ ਫੈਸਲਾ ਕੀਤਾ, ਪਰ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਨਹੀਂ ਕਰਦੇ, ਅਸੀਂ ਅੰਦਰ ਜਾ ਕੇ ਵਿਰੋਧ ਕਰਾਂਗੇ। ਉਹਨਾਂ ਦੀਆਂ ਅੱਖਾਂ ਸਾਹਮਣੇ, ਉਹਨਾਂ ਦੇ ਕੰਨਾਂ ਦੇ ਨੇੜੇ ਸਰਕਾਰ ਦੇ ਕੰਨ ਖੋਲਾਂਗੇ, ਸਰਕਾਰ ਦੀਆਂ ਅੱਖਾਂ ਸਾਹਮਣੇ ਜਿਹੜਾ ਵਿਰੋਧ ਕਰਾਂਗੇ। ਬਾਈਕਾਟ ਦਾ ਤਾਂ ਸਰਕਾਰ ਨੂੰ ਫਾਇਦਾ ਹੋ ਜਾਂਦਾ ਕਿ ਹਾਂ ਜੀ ਬਾਹਰ ਬੈਠੇ ਨੇ, ਆਪਦਾ ਮਨਮਰਜ਼ੀ ਨਾਲ ਅੰਦਰ ਕੰਮ ਕਰਦੇ ਨੇ। ਸੋ ਅਸੀਂ ਚੁਣੇ ਹੋਏ ਹਾਂ ਲੋਕਾਂ ਨੇ ਸਾਨੂੰ ਬਾਈਕਾਟ ਕਰਨ ਵਾਸਤੇ ਨਹੀਂ ਚੁਣਿਆ, ਸਾਨੂੰ ਉੱਥੇ ਅੰਦਰ ਜਾ ਕੇ ਆਵਾਜ਼ ਚੁੱਕਣ ਵਾਸਤੇ ਚੁਣਿਆ। ਤਾਂ ਅਸੀਂ ਅੰਦਰ ਜਦੋਂ ਗਏ ਤਾਂ ਸੈਂਟਰਲ ਹਾਲ 'ਤੇ ਸਾਨੂੰ ਰੋਕ ਲਿਆ ਕਿ ਤੁਹਾਡਾ ਨਾਮ ਨਹੀਂ ਹੈਗਾ, ਜਿਹੜੇ ਐਮਪੀ ਨੇ ਸੈਂਟਰਲ ਹਾਲ 'ਚ ਬਹਿਣਾ ਉਹ 'ਚ ਤੁਹਾਡਾ ਨਾਮ ਨਹੀਂ ਹੈਗਾ। ਅਸੀਂ ਕਿਹਾ ਜੀ ਮੈਂ ਲੋਕ ਸਭਾ ਦੇ ਵਿੱਚ ਇੱਕੋ ਹੀ ਐਮਪੀ ਹਾਂ, ਮੈਂ ਆਪਣੀ ਪਾਰਟੀ ਦਾ ਲੀਡਰ ਹਾਂ, ਅਤੇ ਇਹਦਾ ਮਤਲਬ ਮੇਰੀ ਪਾਰਟੀ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ। ਤਿੰਨੇ ਸਾਡੇ ਰਾਜ ਸਭਾ ਸੰਸਦ ਸੀ, ਇਹਦਾ ਮਤਲਬ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਇਹਦਾ ਮਤਲਬ ਰਾਸ਼ਟਰਪਤੀ ਸਾਹਮਣੇ ਜਿਹੜੇ ਐਮਪੀ ਬੈਠੇ ਨੇ ਉਹ 'ਚ ਵਿਰੋਧੀ ਪਾਰਟੀ ਤਾਂ ਹੈ ਹੀ ਨਹੀਂ, ਬਾਕੀ ਵਿਰੋਧੀ ਪਾਰਟੀ ਨੇ ਬਾਈਕਾਟ ਕਰ ਰੱਖਿਆ। ਜੇ ਇੱਕ ਜਾਂਦੀ ਹੈ ਤਾਂ ਉਹਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਇਹਦਾ ਮਤਲਬ ਤਾਂ ਆਪਣੀ ਮਨਮਰਜ਼ੀ ਦੇ ਮੇਜ਼ ਥਪਥਪਾਉਣ ਵਾਲੇ ਜਿਹੜੇ ਐਮਪੀ ਨੇ ਉਹਨਾਂ ਨੂੰ ਬਿਠਾ ਕੇ ਉੱਥੇ ਭਾਸ਼ਣ ਦਿੱਤਾ। ਸੈਂਟਰ ਹਾਲ ਦੇ ਵਿੱਚ ਜੁਆਇੰਟ ਸੈਸ਼ਨ ਸੀ ਰਾਜ ਸਭਾ ਤੇ ਲੋਕ ਸਭਾ ਦਾ, ਉਹਦੇ ਵਿੱਚ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਔਰ ਸਾਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ ਔਰ ਬਹਾਨਾ ਬਣਾਇਆ ਗਿਆ ਕਿ ਕਰੋਨਾ ਕਰਕੇ ਸੋਸ਼ਲ ਡਿਸਟੈਂਸਿੰਗ ਦੀ ਲੋੜ ਹੈ। ਜਦ ਕਿ ਜਿਹੜੀਆਂ ਸਾਡੀ ਪਾਰਟੀ ਨੂੰ ਸੀਟਾਂ ਅਲਾਟ ਹੋਈਆਂ, ਸਾਡੀ ਪਾਰਟੀ ਨੇ ਬਾਈਕਾਟ ਕੀਤਾ, ਸਾਰੀਆਂ ਸੀਟਾਂ ਖਾਲੀ ਸੀ, ਪਰ ਉੱਥੇ ਨਹੀਂ ਪਹੁੰਚਣ ਦਿੱਤਾ ਔਰ ਅਸੀਂ ਵਿਰੋਧ ਜ਼ਾਹਰ ਕੀਤਾ। ਮੈਂ ਬਾਹਰ ਬੈਠ ਗਿਆ, ਪਰ ਰਵਨੀਤ ਬਿੱਟੂ ਕਿਉਂਕਿ ਉਹ ਚੇਅਰਮੈਨ ਨੇ ਕਮੇਟੀ ਦੇ, ਉਹਨਾਂ ਨੂੰ ਸੀਟ ਅਲਾਟਮੈਂਟ ਸੀ, ਪਰ ਮੇਰਾ ਧੱਕਾ ਮੁੱਕੀ ਹੋਈ ਉਹਨਾਂ ਦੇ ਨਾਲ, ਮਾਰਸ਼ਲ ਦੇ ਨਾਲ, ਔਰ ਉਹਨਾਂ ਨੇ ਮੈਨੂੰ ਬਿਲਕੁਲ ਨਹੀਂ ਅੰਦਰ ਜਾਣ ਦਿੱਤਾ। ਫਿਰ ਬਾਹਰ ਬਹਿ ਕੇ ਮੈਂ ਉੱਥੇ ਵਿਰੋਧ ਦਰਜ ਕਰਾਇਆ। ਸਾਡਾ ਜਾਣ ਦਾ ਕਾਰਨ ਮਕਸਦ ਇਹ ਸੀ, 120 ਦੇ ਕਰੀਬ ਮੌਤਾਂ ਹੋ ਚੁੱਕੀਆਂ, ਵਿਧਾਨ ਪਾਲਿਕਾ ਨੂੰ ਇੱਥੇ ਨਹੀਂ ਮੰਨਿਆ ਜਾ ਰਿਹਾ, ਕਾਰਜਪਾਲਿਕਾ ਇੱਥੇ ਚੰਗਾ ਕੰਮ ਨਹੀਂ ਕਰ ਰਹੀ, ਕੋਈ ਬੰਦਾ ਸੁਣਵਾਈ ਨਹੀਂ ਕਰ ਰਿਹਾ। ਜਿਹੜੀ ਨਿਆਂਪਾਲਿਕਾ ਉਹਦੇ 'ਤੇ ਦਬਾਅ ਪਾਇਆ ਜਾ ਰਿਹਾ, ਜਿਹੀ ਜੀ ਕਮੇਟੀਆਂ ਉਹਨੇ ਬਣਾਈਆਂ। ਤੇ ਰਾਸ਼ਟਰਪਤੀ ਜੀ ਤੁਸੀਂ ਕਿਉਂ ਚੁੱਪ ਕੀਤੇ ਜੇ? ਤੁਸੀਂ ਜਿਹੜੇ ਘੱਟੋ ਘੱਟ ਜਿਹੜੇ ਸਟੇਟਾਂ ਦੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੂੰ ਵੀ ਪਾਸ ਕਰ ਦਿਓ ਤਾਂ ਕਿ ਇਹ ਕਾਨੂੰਨ ਲਾਗੂ ਹੋ ਸਕਣ ਔਰ ਸਾਡੀ ਗੱਲ ਮੁੱਕ ਜੇ। ਔਰ ਦੇਖਣ 'ਚ ਆਇਆ ਹੈ ਕਿ ਜਿੱਥੇ ਕੋਈ ਆਦਮੀ ਜਾ ਨਹੀਂ ਸਕਦਾ, ਇੰਨੀ ਫੋਰਸਸ ਲੱਗੀ ਹੋਵੇ, ਇੰਨੀ ਕੇਂਦਰੀਆ ਫੋਰਸ ਲੱਗੀ ਹੋਵੇ, ਇੰਨੀ ਪੁਲਿਸ ਲੱਗੀ ਹੋਵੇ, ਤੇ ਉਸ ਕੈਂਪ ਦੇ ਵਿੱਚ ਗੁੰਡਿਆਂ ਨੂੰ ਡਾਂਗਾ ਲੈ ਕੇ ਇਹ ਜਾਣ ਦੀ ਇਜਾਜ਼ਤ ਕਿਹਨੇ ਦਿੱਤੀ? ਇਹ ਕਿਸਾਨਾਂ ਦੇ ਉੱਪਰ ਹਮਲਾ ਕਿਹਨੇ ਕਰਵਾਇਆ? ਇਹ ਜਾਣਬੁੱਝ ਕੇ ਇਹ ਬੀਜੇਪੀ ਦੀ ਸਰਕਾਰ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ ਔਰ ਬੀਜੇਪੀ ਦੀ ਸਰਕਾਰ ਬਾਜ ਆਏ ਔਰ ਬੀਜੇਪੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੇ ਲੋਕਾਂ ਕੋਲੋਂ ਮਾਫੀ ਮੰਗੇ। ਇਹ ਦੇਸ਼ ਦੇ ਜੇ ਹਾਲਾਤ ਖਰਾਬ ਹੋ ਰਹੇ ਹੈ, ਅਗਰ ਕੋਈ ਦੋਸ਼ੀ ਹੈ ਤੇ ਬੀਜੇਪੀ ਦੀ ਸਰਕਾਰ ਹੈ। ਸੋ ਵੱਖ-ਵੱਖ ਸਿਆਸੀ ਧਿਰਾਂ ਦੇ ਆਪੋ ਆਪਣੇ ਮਨਾਂ ਦੇ ਬਲਵੇ ਨੇ ਤੇ ਉਹ ਆਪੋ ਆਪਣੇ ਰੂਪ ਦੇ ਵਿੱਚ ਕਹਿ ਰਹੇ ਨੇ। ਤੇ ਅੱਗੇ ਹੁਣ ਖਬਰਾਂ ਦੇ ਵੱਲ ਵਧੀਆ, ਜਿਨ੍ਹਾਂ ਦੇ ਉੱਤੇ ਟਿੱਪਣੀ ਡੱਲਾ ਸਾਹਿਬ ਤੋਂ ਲੈਣੀ ਹੈ। ਡੱਲਾ ਸਾਹਿਬ, ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਬਿਆਨ ਬੜੀਆਂ ਚਰਚਾਵਾਂ ਦੇ ਵਿੱਚ ਹੈ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਅਗਾਹ ਕੀਤਾ ਕੇਂਦਰ ਸਰਕਾਰ ਨੂੰ ਕਿ ਸੰਭਲ ਜੋ, ਨਹੀਂ ਤੇ ਬਹੁਤ ਕੁਝ ਹੋ ਸਕਦਾ, ਬਹੁਤ ਕੁਝ ਬਦਲ ਸਕਦਾ। ਇਸ ਨੂੰ ਕਿੱਦਾਂ ਵੇਖ ਸਕਦੇ ਹੋ ਤੁਸੀਂ? ਦੇਖੋ, ਕੈਪਟਨ ਅਮਰਿੰਦਰ ਨੇ ਬਹੁਤ ਇਸ਼ਾਰਿਆਂ 'ਚ ਵੱਡੀ ਗੱਲ ਕਹੀ ਹੈ। ਇੱਕ ਗੱਲ ਕੈਪਟਨ ਅਮਰਿੰਦਰ ਨੇ ਕਹੀ ਹੈ, ਉਹ ਮੈਂ ਜ਼ਿਕਰ ਨਹੀਂ ਉਹਦਾ ਕਰਨਾ। ਉਹ ਗੱਲ ਕੈਪਟਨ ਅਮਰਿੰਦਰ ਨੇ ਜਿਹੜੀ ਚਿੰਤਾ ਪ੍ਰਗਟ ਕੀਤੀ ਹੈ, ਨਹੀਂ ਡਿੱਗਣਾ ਚਾਹੀਦਾ ਮਨੋਬਲ ਕਿਸਾਨਾਂ ਦਾ। ਉਹ ਬੜਾ ਜ਼ਰੂਰੀ ਹੈ ਕਿ ਕਿਸਾਨਾਂ ਦਾ ਮਨੋਬਲ ਬਣਿਆ ਰਹੇ, ਕਿਸਾਨਾਂ ਦੀ ਗੱਲ ਸੁਣੀ ਜਾਵੇ ਔਰ ਕਿਸਾਨਾਂ ਨੂੰ ਕਿਸੇ ਕੀਮਤ ਤੇ ਨਾ ਖਾਲਿਸਤਾਨੀ ਕਿਹਾ ਜਾਵੇ, ਨਾ ਨਕਸਲੀ ਕਿਹਾ ਜਾਵੇ, ਨਾ ਮਾਓਵਾਦੀ ਕਿਹਾ ਜਾਵੇ, ਨਾ ਗੱਦਾਰ ਕਿਹਾ ਜਾਵੇ, ਨਾ ਦੇਸ਼ ਵਿਰੋਧੀ ਕਿਹਾ ਜਾਵੇ। ਕੁਝ ਕੁ ਲੋਕ ਨੇ, ਚੰਦ ਕੁ ਲੋਕ ਨੇ ਜਿਹੜੇ ਇਹ ਗੱਲ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੀ,
ਇਹ ਨਹੀਂ ਕਿਹਾ ਜਾਣਾ ਚਾਹੀਦਾ ਕਿਸੇ ਵੀ ਕੀਮਤ ਤੇ। ਔਰ ਕੈਪਟਨ ਅਮਰਿੰਦਰ ਨੇ ਸਪਸ਼ਟ ਤੌਰ ਤੇ ਕਹਿਤਾ, ਕਹਿੰਦਾ ਮੈਂ ਕਿਸਾਨਾਂ ਦੇ ਨਾਲ ਖੜਾ। ਔਰ ਦੇਖੋ ਕੈਪਟਨ ਅਮਰਿੰਦਰ ਨੇ ਇੱਥੋਂ ਤੱਕ ਕਹਿਤਾ ਕਿ ਕਹਿੰਦੇ ਇਹ ਮੇਰੇ ਹੱਥ ਹੁੰਦਾ ਨਾ ਜੀ ਮੈਂ ਮਸਲਾ ਨਿਬੇੜ ਦੇਣਾ ਸੀ, ਸਰਕਾਰ ਨਿਬੇੜ ਸਕਦੀ ਹੈ, ਨਿਬੇੜੇ। ਹੁਣ ਉਹਨਾਂ ਨੇ ਬਾਰ-ਬਾਰ ਕਿਹਾ, ਉਹ ਕਹਿੰਦੇ ਮੈਂ ਹੁਣ ਤੱਕ ਇਸ ਮਸਲੇ ਨੂੰ ਸੁਲਝਾ ਸਕਦਾ ਸੀ। ਕੇਂਦਰ ਸਰਕਾਰ ਕਿਸਾਨਾਂ ਨਾਲ ਦੋਸਤ ਬਣ ਕੇ ਗੱਲ ਕਰੇ। ਕੈਪਟਨ ਅਮਰਿੰਦਰ ਨੇ ਲਿਖਿਆ, ਕਹਿੰਦਾ ਦੋਸਤ ਵੱਲੋਂ ਗੱਲ ਹੋਣੀ ਚਾਹੀਦੀ ਹੈ, ਨਾ ਕਿ ਦੁਸ਼ਮਣ ਵਜੋਂ। ਹਾਲਾਂਕਿ ਮੈਂ ਨਹੀਂ ਮੰਨਦਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਦੁਸ਼ਮਣ ਸਮਝਦੀ ਹੈ ਜਾਂ ਦੁਸ਼ਮਣ ਜਾਂ ਕਿਸਾਨ ਕੇਂਦਰ ਨੂੰ ਦੁਸ਼ਮਣ ਸਮਝਦੇ ਨੇ। ਹਾਂ ਨਾਰਾਜ਼ਗੀ ਹੈ, ਨਾਰਾਜ਼ਗੀ ਘਰੇ ਬੱਚੇ ਤੇ ਬਾਪ 'ਚ ਹੋ ਜਾਂਦੀ ਹੈ ਕਈ ਵਾਰ। ਬਿਲਕੁਲ ਇਸ ਕਰਕੇ ਨਾਰਾਜ਼ਗੀ ਹੈ ਕਿਸਾਨਾਂ ਦੀ ਤੇ ਸਰਕਾਰ ਦੀ। ਮੈਂ ਦੁਸ਼ਮਣੀ ਵਾਲੀ ਗੱਲ ਤਾਂ ਨਹੀਂ ਕਰੂੰਗਾ, ਪਰ ਇਹ ਸਰਕਾਰੀ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਨਾਰਾਜ਼ਗੀ ਦੇਖੋ ਉਹਨਾਂ ਦੇ ਮਨ 'ਚ ਕਿੱਡੀ ਆ। ਉਹਨਾਂ ਨੇ ਇਸ ਕਰਕੇ ਗੱਲ ਕਹੀ ਹੈ, ਪਤਾ ਉਹਨਾਂ ਨੂੰ ਵੀ ਹੈ ਕਿ ਕਿਸਾਨ ਤੇ ਸਰਕਾਰ ਦੁਸ਼ਮਣ ਨਹੀਂ ਆਪਸ 'ਚ, ਪਰ ਇਹ ਸੰਕੇਤਕ ਗੱਲਾਂ ਹੁੰਦੀਆਂ ਨੇ। ਉਹ ਕਹਿੰਦੇ ਕਿਸੇ ਵੀ ਕੀਮਤ ਤੇ ਕਿਸਾਨਾਂ ਖਿਲਾਫ ਜਿਹੜਾ ਦੁਸ਼ਪ੍ਰਚਾਰ ਹੈ ਉਹਦੇ ਨਾਲ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ, ਦੇਸ਼ ਲਈ ਵੀ ਪੰਜਾਬ ਲਈ ਵੀ। ਔਰ ਉਹਨਾਂ ਨੇ ਮੀਡੀਆ ਨੂੰ ਤਾਕੀਦ ਕੀਤੀ ਹੈ ਕੈਪਟਨ ਅਮਰਿੰਦਰ ਨੇ। ਦੇਖੋ ਕੈਪਟਨ ਅਮਰਿੰਦਰ ਸਿੰਘ ਉਹ ਮੁੱਖ ਮੰਤਰੀ ਹੈ ਜੀ ਗਗਨਦੀਪ ਜੀ, ਮੈਂ ਦੇਖਿਆ ਮੀਡੀਆ ਦੀ ਆਜ਼ਾਦੀ 'ਚ ਕੈਪਟਨ ਅਮਰਿੰਦਰ ਨੇ ਦਖਲ ਨਹੀਂ ਦਿੱਤਾ। ਮੈਂ ਕੈਪਟਨ ਅਮਰਿੰਦਰ ਉਹਨਾਂ ਦੇ ਚੰਗੇ ਕੰਮਾਂ ਦੀ ਤਾਰੀਫ ਵੀ ਕਰਦਾ ਔਰ ਮੈਂ ਕੈਪਟਨ ਅਮਰਿੰਦਰ ਦੀ ਬਹੁਤ ਨੁਕਤਾਚੀਨੀ ਵੀ ਕਰਦਾ ਜਿੱਥੇ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਉਹਨਾਂ ਨੂੰ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਸੀ, ਕਿਉਂਕਿ ਉਹ ਦਲੇਰ ਮੁੱਖ ਮੰਤਰੀ ਵਜੋਂ ਦੇਖੇ ਜਾਂਦੇ ਨੇ ਕੈਪਟਨ ਅਮਰਿੰਦਰ। ਕੈਪਟਨ ਅਮਰਿੰਦਰ ਨੇ ਕਦੀ ਮੀਡੀਆ ਦੀ ਆਜ਼ਾਦੀ ਤੇ ਹਮਲਾ ਨਹੀਂ ਕੀਤਾ। ਮੈਨੂੰ ਪਿਛਲੇ ਪਹਿਲਾ ਰਾਜ ਕੈਪਟਨ ਅਮਰਿੰਦਰ ਦਾ ਜਦੋਂ ਮੈਂ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਉਹਨਾਂ ਨੂੰ ਦੇਖਿਆ 2002 ਤੋਂ 2007 ਜੀ ਕੈਪਟਨ ਅਮਰਿੰਦਰ ਨੇ ਮੀਡੀਆ ਦੀ ਆਜ਼ਾਦੀ ਦਾ ਪੂਰਾ ਰੁਤਬਾ ਬਰਕਰਾਰ ਰੱਖਿਆ। ਹੁਣ ਵੀ ਪੰਜਾਬ 'ਚ ਦੇਖੋ ਮੀਡੀਆ ਦੀ ਆਜ਼ਾਦੀ ਆ, ਕੋਈ ਕਹਿ ਦੂਗਾ ਕਿ ਮੀਡੀਆ ਪੰਜਾਬ 'ਚ ਜਿਹੜਾ ਹੈਗਾ ਉਹ ਸਰਕਾਰ ਦੇ ਦਬਾਅ 'ਚ ਹੈ ਜਾਂ ਸਰਕਾਰ ਕੰਟਰੋਲ ਕਰਦੀ ਹੈ। ਜੀ ਸੋ ਇਸ ਕਰਕੇ ਕੈਪਟਨ ਅਮਰਿੰਦਰ ਨੇ ਮੀਡੀਆ ਨੂੰ ਇਹ ਗੱਲ ਕਹੀ ਹੈ, ਗੱਲ ਸਮਝਣ ਵਾਲੀ ਹੈ। ਕੌਮੀ ਮੀਡੀਆ ਵਾਲੇ ਪਾਸੇ ਜ਼ਿਆਦਾ ਹੈ, ਪੰਜਾਬ ਦਾ ਮੀਡੀਆ ਤਾਂ ਕੈਪਟਨ ਅਮਰਿੰਦਰ ਉਹਨਾਂ ਨੂੰ ਪਤਾ ਹੀ ਹੈ ਕਿ ਨਿਰਪੱਖ ਹੈ। ਇੱਕ ਅੱਧਾ ਸਾਡੇ ਨਿਰਪੱਖ ਨਹੀਂ, ਪਰ ਉਹਨੂੰ ਵੀ ਕਦੀ ਰੋਕਿਆ ਨਹੀਂ ਕੈਪਟਨ ਅਮਰਿੰਦਰ। ਬਿਲਕੁਲ ਹੁਣ ਉਹ ਕਹਿੰਦੇ ਮੀਡੀਆ ਨੂੰ ਸੰਜੀਦਗੀ ਨਾਲ ਇਹ ਪੂਰੀ ਸਥਿਤੀ ਦਾ ਵਿਵਰਣ ਕਰਨਾ ਚਾਹੀਦਾ ਮੀਡੀਆ ਨੂੰ, ਇਹ ਜ਼ਿੰਮੇਵਾਰੀ ਹੈ ਮੀਡੀਆ ਦੀ। ਸੋ ਬਹੁਤ ਵੱਡੀ ਗੱਲ। ਔਰ ਕੈਪਟਨ ਅਮਰਿੰਦਰ ਕਹਿੰਦੇ ਕਿ ਜਿਹੜੇ ਲੋਕਾਂ ਨੇ ਉੱਥੇ ਹੁੱਲੜਬਾਜ਼ੀ ਕੀਤੀ ਦਿੱਲੀ 'ਚ, ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਵਿਸਥਾਰ 'ਚ ਜਾਂਚ ਹੋਣੀ ਚਾਹੀਦੀ ਹੈ। ਔਰ ਜਿਹੜੇ ਸਥਾਨਕ ਵਾਸੀ ਜਿਹੜੇ ਸਿੰਘੂ ਬਾਰਡਰ ਤੇ ਕਿਸਾਨਾਂ ਨਾਲ ਭਿੜ ਰਹੇ ਜਾ ਕੇ, ਜੀ ਉਹਨਾਂ ਦੀ ਦੇਸ਼ ਭਗਤੀ ਤੇ ਸਵਾਲ ਨਹੀਂ, ਪਰ ਉਹਨਾਂ ਦੇ ਇਸ ਕਦਮ ਤੇ ਸਵਾਲ ਜ਼ਰੂਰ ਹੈ ਵੀ ਉਹ ਦੇਸ਼ ਭਗਤਾਂ ਦੇ ਨਾਲ ਕਿਉਂ ਉਲਝ ਰਹੇ ਨੇ। ਉਹਨਾਂ ਦੀ ਮਦਦ ਕਰਨੀ ਚਾਹੀਦੀ ਕਿਸਾਨਾਂ ਦੀ। ਬਿਲਕੁਲ ਕੈਪਟਨ ਅਮਰਿੰਦਰ ਕਹਿੰਦਾ ਉਹਨਾਂ ਲੋਕਾਂ ਦੀ ਸ਼ਨਾਖਤ ਹੋਣੀ ਚਾਹੀਦੀ ਵੀ ਇਹ ਕੌਣ ਨੇ, ਕਿਸੇ ਧਿਰ ਵਿਸ਼ੇਸ਼ ਨਾਲ ਸੰਬੰਧ ਤਾਂ ਨਹੀਂ ਉਹਨਾਂ ਦਾ। ਕੈਪਟਨ ਅਮਰਿੰਦਰ ਕਹਿੰਦੇ ਸਥਾਨਕ ਵਾਸੀ ਨਹੀਂ ਹੋ ਸਕਦੇ। ਉਹ ਕਹਿੰਦੇ ਮੈਨੂੰ ਭਰੋਸਾ ਹੈ ਸਥਾਨਕ ਲੋਕ ਨਹੀਂ ਹੋ ਸਕਦੇ। ਉਹ 2 ਮਹੀਨਿਆਂ ਤੋਂ ਐਡੀ ਮੁਹੱਬਤ ਨਾਲ ਸ਼ਾਂਤੀ ਨਾਲ ਰਹਿ ਰਹੇ ਨੇ ਸਾਰੇ। ਸੋ ਇਹ ਜਾਂਚ ਦਾ ਵਿਸ਼ਾ ਹੈ। ਕੈਪਟਨ ਅਮਰਿੰਦਰ ਨੇ ਵੱਡੀ ਗੱਲ ਕੀਤੀ ਹੈ। ਉਹਨਾਂ ਨੇ ਸਿੰਘੂ ਬਾਰਡਰ ਤੇ ਹਿੰਸਾ ਦੀ ਵੀ ਨਿਖੇਧੀ ਕੀਤੀ ਹੈ ਔਰ ਲਾਲ ਕਿਲੇ ਦੀ ਵੀ ਨਿਖੇਧੀ ਕੀਤੀ। ਜੀ ਸੋ ਵੱਖੋ ਵੱਖਰੀ ਤਰ੍ਹਾਂ ਦੀ ਇਹ ਪ੍ਰਤੀਕਰਮ ਨੇ ਹਰ ਚੀਜ਼ ਦੇ ਉੱਤੇ, ਜਿਸ ਤਰ੍ਹਾਂ ਜੋ ਕਿਸਾਨਾਂ ਦੀ ਵੀ ਅਖੀਰ 'ਚ ਜਾਂਦੇ ਜਾਂਦੇ ਮੈਂ ਚਾਹੂੰਗਾ ਪ੍ਰੈਸ ਕਾਨਫਰੰਸ ਅਗਰ ਤੁਹਾਡੇ ਕੋਲ ਤਸਵੀਰਾਂ ਆ ਗਈਆਂ ਤਾਂ ਜ਼ਰੂਰ ਸੁਣਾ ਦਿਓ। ਜੀ ਜ਼ਰੂਰ ਸੁਣਾਵਾਂਗੇ। ਜਾਂਦੇ ਜਾਂਦੇ ਕਿਸਾਨ ਆਖਰਕਾਰ ਕੀ ਕਹਿ ਰਹੇ ਨੇ ਤੇ ਅਗਲੀ ਖਬਰ ਬੜੀ ਅਹਿਮ ਹੈ। ਨਹੀਂ ਅਸੀਂ ਆਪਣੇ ਵਰਕਰਸ ਨੂੰ ਪੀਸਫੁਲ ਰਹਿਣ ਲਈ ਕਹਾਂਗੇ। ਉੱਥੇ ਅਸੀਂ ਉਹਦੀ ਬੀਜੇਪੀ ਦੀ ਇਸ ਕਾਰਵਾਈ ਦੀ ਨਿੰਦਾ ਜ਼ਰੂਰ ਕਰਾਂਗੇ ਜਿਸ ਤਰ੍ਹਾਂ ਹੁਣ ਕੀਤੀ ਹੈ। ਅਸੀਂ ਇਹੋ ਜਿਹੀ ਕਾਰਵਾਈ ਨੂੰ ਬਿਲਕੁਲ ਇਹਦੀ ਠੋਕ ਵਜਾ ਕੇ ਨਿੰਦਾ ਕਰਦੇ ਹਾਂ। ਦੇਖੋ ਕਿਸੇ ਦੇ ਇਹ ਸਾਨੂੰ ਨਾ ਉਲਝਾਓ, ਗੱਲ ਸਮਝੋ ਵੀ ਜਦੋਂ ਸਾਡਾ ਉਹਨਾਂ ਨਾਲ ਕੋਈ ਪ੍ਰੋਗਰਾਮ ਸਾਂਝਾ ਨਹੀਂ, ਉਹ ਆਪਣਾ ਪ੍ਰੋਗਰਾਮ ਕਰਦੇ ਨੇ, ਅਸੀਂ ਆਪਣਾ। ਸਾਡੇ ਕੋਲ ਸੰਖਿਆ ਬਹੁਤ ਜ਼ਿਆਦਾ ਹੈ। ਮੇਰੀ ਪਹਿਲਾਂ ਗੱਲ ਪੂਰੀ ਹੋਣ ਦਿਓ। ਸਾਡੇ ਕੋਲ ਸੰਖਿਆ ਬਹੁਤ ਜ਼ਿਆਦਾ ਹੈ। ਸਾਨੂੰ ਇਹਦੀ ਚਿੰਤਾ, ਅਸੀਂ ਆਪਣਾ ਘਰ ਸੰਭਾਲ ਲਈਏ। ਅਸੀਂ ਉਹਦਾ ਉਹ ਕਿਸ ਤਰ੍ਹਾਂ ਉਹ ਆਪਣਾ ਸੈਲਫ ਡਿਫੈਂਸ ਕਰਦੇ ਨੇ ਉਹਨਾਂ ਨੂੰ ਕਰਨ ਦਿਓ, ਤੇ ਅਸੀਂ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਕਹਿੰਦੇ ਵੀ ਇੱਧਰ ਆਓ। ਉਹਨਾਂ ਨਾਲ ਹਮਦਰਦੀ ਹੈ, ਪੂਰੀ ਹਮਦਰਦੀ। ਆਮ ਲੋਕਾਂ ਨਾਲ ਕੋਈ ਫਰਕ ਨਹੀਂ। ਉਹਨਾਂ ਦੀ ਲੀਡਰਸ਼ਿਪ ਦੀ ਵਜ੍ਹਾ ਕਰਕੇ ਅਸੀਂ, ਕਿਉਂਕਿ ਉਹਨਾਂ ਦੀ ਪਾਲਿਸੀਜ਼ ਅਲੱਗ ਨੇ, ਅਸੀਂ ਉਹਦੇ ਵਿੱਚ ਬਿਲਕੁਲ दखल नहीं देते। अनेक राजनीतिक दल आते रहे हैं, हमारे यहाँ आते हैं, लेकिन हम ना तो किसी को बुलाते हैं ना किसी को उस तरह का मंच देते हैं। कोई सिंपैथी रखता है, कोई अगर वैसे अपने हिसाब से समर्थन देता किसी को आने का, तो प्रतिबंध हमने कर नहीं रखा। ना हम उनका झंडा लगाते हैं, ना उनको मंच शेयर करने देते हैं। वो आ रहे हैं अपने हर राजनीति का और पॉलिटिकल पार्टी का एक अपना पॉलिटिकल एजेंडा होता है,
वो भी शायद इस मौके का लाभ उठाना चाहते होंगे, हो सकता है, लेकिन हमारे एजेंडे में वो बात बिल्कुल नहीं है। ना हम किसी को बुलाते हैं, ना किसी को हम अपने मन शेयर की करने की इजाजत देते हैं। ਸੋ ਕਿਸਾਨਾਂ ਦੀ ਗੱਲਬਾਤ ਸਾਹਿਬ ਨੇ ਸੁਣੀ। ਕਿਸਾਨਾਂ ਨੇ ਸਾਰੇ ਐਲਾਨ ਕਰ ਦਿੱਤੇ ਨੇ ਕਿ ਅੱਗੇ ਕਿਸਾਨੀ ਸੰਘਰਸ਼ ਕਿਸ ਪੜਾਅ ਦੇ ਉੱਤੇ ਤੇ ਕਿੱਦਾਂ ਚੱਲੇਗਾ ਤੇ ਸ਼ਾਂਤਮਈ ਰਹੇਗਾ। ਡੱਲਾ ਜੀ, ਇੱਕ ਜਾਂਦੇ ਜਾਂਦੇ ਖਬਰ ਅੰਨਾ ਹਜ਼ਾਰੇ ਨੂੰ ਲੈ ਕੇ ਆ। ਅੱਜ ਅੰਨਾ ਹਜ਼ਾਰੇ ਵੀ ਅਨਸ਼ਨ ਦੇ ਉੱਤੇ ਬੈਠ ਰਹੇ ਨੇ। ਕਈ ਮੀਡੀਆ ਘਰਾਣਿਆਂ ਦੀ ਚਰਚਾਵਾਂ ਨੇ ਕਿ ਅੰਨਾ ਹਜ਼ਾਰੇ ਦਾ ਅੰਦੋਲਨ ਸਰਕਾਰ ਨੂੰ ਚਿੰਤਾ ਦੇ ਵਿੱਚ ਪਾ ਰਿਹਾ, ਕਿਉਂਕਿ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਅੰਨਾ ਹਜ਼ਾਰੇ। ਇਹਨੂੰ ਕਿੱਦਾਂ ਵੇਖ ਰਹੇ? ਦੇਖੋ, ਉਹ ਆਪਣੇ ਘਰ 'ਚ ਹੀ ਬੈਠ ਰਹੇ ਨੇ, ਰਾਲੇਗਨ ਸਿੱਧੀ ਮਹਾਰਾਸ਼ਟਰ ਦੇ ਵਿੱਚ। ਉਹਨਾਂ ਨੇ ਬਾਕੀਆਂ ਨੂੰ ਕਹਿਤਾ ਵੀ ਇਕੱਠੇ ਹੋਣ ਦੀ ਲੋੜ ਨਹੀਂ, ਉਹ ਮਰਨ ਵਰਤ ਤੇ ਬੈਠ ਰਹੇ ਨੇ। ਗਗਨ, ਇਹ ਗੱਲ ਬਹੁਤ ਵੱਡੀ ਹੈ। ਅਜਿਹੀ ਭੁੱਖ ਹੜਤਾਲ ਜੀ 'ਚ ਉਹਨਾਂ ਨੇ ਖਾਣਾ ਨਹੀਂ ਕੁਛ। ਦੇਖੋ, ਉਹਨਾਂ ਬਜ਼ੁਰਗਾਂ ਦਾ ਰਿਕਾਰਡ ਬੜਾ ਚੰਗਾ, ਕਈ ਉਹਨਾਂ ਨੇ ਲੰਬੇ ਲੰਬੇ ਇਹੋ ਜਿਹੀਆਂ ਭੁੱਖ ਹੜਤਾਲਾਂ ਕੀਤੀਆਂ ਨੇ। ਹੁਣ ਇਹ ਇੱਕ ਨਵੀਂ ਤਰ੍ਹਾਂ ਦਾ ਅੰਦੋਲਨ, ਉਹ ਕਹਿੰਦੇ ਵੀ ਮੈਨੂੰ ਇਹ ਲੱਗਦਾ ਹੈ ਵੀ ਕੇਂਦਰ ਸਰਕਾਰ ਕਿਸਾਨ ਮਸਲਿਆਂ ਤੇ ਗੰਭੀਰ ਨਹੀਂ ਹੈ, ਖੇਤੀ ਕਾਨੂੰਨਾਂ ਦੇ ਮਾਮਲਿਆਂ ਤੇ ਵੀ ਸਰਕਾਰ ਗੰਭੀਰਤਾ ਨਾਲ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਰਹੀ। ਜਾਇਜ਼ ਮੰਗਾਂ ਕਿਸਾਨਾਂ ਦੀਆਂ ਉਹ ਕਹਿੰਦੇ ਤੁਰੰਤ ਮੰਨੀਆਂ ਜਾਣੀਆਂ ਚਾਹੀਦੀਆਂ ਨੇ। ਉਹ ਕਹਿੰਦੇ ਖੇਤੀ ਸੁਧਾਰਾਂ ਦੇ ਲਈ ਕੇਂਦਰ ਸ਼ਾਇਦ ਜਾਇਜ਼ ਫੈਸਲੇ ਨਹੀਂ ਲੈ ਰਿਹਾ। ਇਹ ਅੰਨਾ ਹਜ਼ਾਰੇ ਉਹਨਾਂ ਨੇ ਗੱਲ ਕੀਤੀ ਹੈ। ਪਹਿਲਾਂ ਵੀ ਉਹਨਾਂ ਨੇ ਇੱਕ ਅੰਦੋਲਨ ਕੀਤਾ ਸੀ ਪਿਛਲੇ ਸਾਲ ਵੀ। ਹੁਣ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਨਾਲ ਇਸ ਕਿਸਾਨ ਅੰਦੋਲਨ ਨੂੰ ਗਗਨ ਨਵੀਂ ਤਾਕਤ ਮਿਲ ਸਕਦੀ ਹੈ। ਪਰ ਕੌਮੀ ਮੀਡੀਆ ਦੀ ਭੂਮਿਕਾ ਦੇਖਣੀ ਪੈਣੀ ਹੈ ਕਿ ਕੌਮੀ ਮੀਡੀਆ ਅੰਨਾ ਹਜ਼ਾਰੇ ਨੂੰ, ਅੰਨਾ ਹਜ਼ਾਰੇ ਦੀਆਂ ਮੰਗਾਂ ਨੂੰ ਕੀ ਟੈਲੀਵਿਜ਼ਨਾਂ ਤੇ ਦਿਖਾਏਗਾ। ਉਹੀ ਅੰਨਾ ਹਜ਼ਾਰੇ ਸਾਹਿਬ ਜਦੋਂ ਕਾਂਗਰਸ ਦੀ ਸਰਕਾਰ ਸੀ, ਅੰਨਾ ਹਜ਼ਾਰੇ ਹੁਣੀ ਕਰਪਸ਼ਨ ਦੇ ਐਲੀਗੇਸ਼ਨ ਲਾਉਂਦੇ ਸੀ ਤੇ ਸਾਰਾ ਮੀਡੀਆ ਕੋਸਦਾ ਸੀ ਮਨਮੋਹਨ ਸਿੰਘ ਉਹਨਾਂ ਨੂੰ ਤੇ ਕਾਂਗਰਸ ਦੀ ਸਰਕਾਰ ਨੂੰ। ਕੀ ਇਹ ਸਾਰਾ ਮੀਡੀਆ ਅੰਨਾ ਹਜ਼ਾਰੇ ਉਹਨਾਂ ਨੂੰ ਕੀ ਹੁਣ ਉਸੇ ਤਰ੍ਹਾਂ ਦਿਖਾਏਗਾ? ਇਹ ਸਾਡੇ ਕੌਮੀ ਮੀਡੀਆ ਦੀ ਨਿਰਪੱਖਤਾ ਤੇ ਵੀ ਬਹੁਤ ਵੱਡਾ ਸਵਾਲ ਹੈ। ਹਾਲਾਂਕਿ ਬਹੁਤਾ ਕੌਮੀ ਮੀਡੀਆ ਤਾਂ ਨਿਰਪੱਖ ਹੈ, ਕੁਝ ਕੁ ਨੇ ਜਿਹੜੇ ਨਿਰਪੱਖ ਨਹੀਂ ਲੱਗਦੇ। ਸੋ ਇਹ ਉਹਨਾਂ ਦੀ ਨਿਰਪੱਖਤਾ ਦੇ ਉੱਤੇ ਵੀ ਵੱਡਾ ਸਵਾਲ ਹੈ। ਅੰਨਾ ਹਜ਼ਾਰੇ ਦੀ ਗੱਲ ਨੂੰ ਦਿਖਾਇਆ ਜਾਣਾ ਚਾਹੀਦਾ ਹੈ ਔਰ ਫਿਰ ਇੱਕ ਨਵੀਂ ਤਰ੍ਹਾਂ ਦੀ ਬਹਿਸ ਦੇਸ਼ 'ਚ ਸ਼ੁਰੂ ਹੋ ਸਕਦੀ ਹੈ ਵੀ ਕੀ ਜਿਹੜੇ ਲੋਕ ਸਾਡੇ ਪੰਜਾਬੀ ਕਿਸਾਨਾਂ ਨੂੰ, ਹਰਿਆਣਾ ਦੇ, ਯੂਪੀ ਦੇ, ਬਿਹਾਰ ਦੇ ਕਿਸਾਨਾਂ ਨੂੰ ਮੰਦਾ ਚੰਗਾ ਬੋਲ ਰਹੇ ਨੇ, ਅੰਨਾ ਹਜ਼ਾਰੇ ਬਾਰੇ ਵੀ ਬੋਲਣ। ਬਿਲਕੁਲ, ਸਵਾਲ ਇਹ ਬਹੁਤ ਵੱਡਾ ਹੈ। ਬਿਲਕੁਲ। ਸੋ ਮੀਡੀਆ ਦੀ ਵੀ ਜ਼ਰੂਰਤ ਹੈ ਕਿ ਮੀਡੀਆ ਇਸ ਸਮੇਂ ਦੇ ਦੌਰਾਨ, ਜਿਸ ਸਮੇਂ ਕਿਸਾਨੀ ਸੰਘਰਸ਼ਾਂ 'ਚ ਦੇਸ਼ ਦੇ ਵਿੱਚ ਹੋਰ ਬਹੁਤ ਵੱਡੀਆਂ ਮੁਸ਼ਕਲਾਂ ਨੇ, ਇਸ ਦਰਮਿਆਨ ਮੀਡੀਆ ਸਹੀ ਰੋਲ ਨਿਭਾ ਲਵੇ ਤਾਂ ਕਿਤੇ ਨਾ ਕਿਤੇ ਜੋ ਕਿਸਾਨੀ ਅੰਦੋਲਨ ਹੈ ਇਹ ਵੀ ਸਹੀ ਰਾਹ ਦੇ ਉੱਤੇ ਰਹੇਗਾ ਤੇ ਦੇਸ਼ ਵੀ ਜਿਹੜਾ ਅੱਗੇ ਉੱਨਤੀ ਦੇ ਵੱਲ ਵਧੇਗਾ। ਸੋ ਇਸੇ ਆਸ ਉਮੀਦ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਲਵਾਂਗੇ। ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।